ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਹਾਲ ਹੀ ਵਿੱਚ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਣਾ ਪਿਆ ਅਤੇ ਉਹ ਇਸ ਵੇਲੇ ਕਾਂਗਰਸ ਦੇ ਵਿਰੁੱਧ ਬਹੁਤ ਤਿੱਖੇ ਤੇਵਰ ਦਿਖਾ ਰਹੇ ਹਨ। ਇਸ ਤੋਂ ਪਹਿਲਾਂ 1984 ਵਿੱਚ ਪੰਜਾਬ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਭਾਰਤ ਸਰਕਾਰ ਦੇ ਫੌਜੀ ਹਮਲੇ ਦੇ ਵਿਰੁੱਧ ਰੋਸ ਵਜੋਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡਿਆ ਸੀ ਅਤੇ ਉਦੋਂ ਉਹ ਉਸ ਤੋਂ ਪਿੱਛੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। ਪਰ ਹੁਣ ਇਹੋ ਜਿਹਾ ਉਹਨਾਂ ਕੋਲੇ ਕੋਈ ਤਰਕ ਨਹੀਂ ਹੈ ਤੇ ਇਸ ਵੇਲੇ ਸਿਆਸਤ ਦੀ ਲੜਾਈ ਜਿਸ ਤਰ੍ਹਾਂ ਚੱਲੀ ਹੋਈ ਹੈ, ਜਿਸ ਤਰ੍ਹਾਂ ਉਹ ਕਾਂਗਰਸ ਨੂੰ ਦੇ ਕੱਦਾਵਰ ਨੇਤਾ ਸਨ, ਕਾਂਗਰਸੀ ਵਜੋਂ ਉਹਨਾਂ ਨੂੰ ਪੰਜਾਬ ਦੀ ਜਨਤਾ ਪਿਆਰ ਕਰਦੀ ਸੀ, ਪਰ ਹੁਣ ਉਹ ਕਾਂਗਰਸ ਦੇ ਵਿਰੁੱਧ ਬੁਰੀ ਤਰ੍ਹਾਂ ਡਟੇ ਹੋਏ ਹਨ ਤੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਬੜਾ ਕੁਝ ਸਪਸ਼ਟ ਕਰ ਦਿੱਤਾ ਹੈ। ਆਪਾਂ ਇਸ ਸੰਬੰਧੀ, ਇਸ ਸਾਰੇ ਘਟਨਾਕ੍ਰਮ ਸੰਬੰਧੀ ਤੇ ਉਹਨਾਂ ਦੀ ਭਵਿੱਖ ਦੀ ਰਣਨੀਤੀ ਕੀ ਹੋਏਗੀ, ਇਹ ਸਾਰੇ ਕੁਝ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਉਹ ਸਾਡੇ ਸਟੂਡੀਓ ਵਿੱਚ ਆਏ ਨੇ। ਹਮੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਮੀਰ ਸਿੰਘ ਜੀ, ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰੀ ਭਾਵੇਂ ਪਿਛਲੇ ਬਹੁਤ ਦਿਨਾਂ ਤੋਂ ਇਹੋ ਜਿਹੀ ਉਹ ਸਰਗਰਮੀ ਦਿਖਾ ਰਹੇ ਸਨ, ਪਰ ਫਿਰ ਵੀ ਇਸ ਜਾਪਦਾ ਸੀ ਕਿ ਉਹ ਬਗਾਵਤ ਜ਼ਰੂਰ ਕਰ ਰਹੇ ਨੇ ਪਰ ਕਾਂਗਰਸ ਦਾ ਸਾਥ ਨਹੀਂ ਛੱਡਣਗੇ। ਪਰ ਜਦੋਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਵਾਰ-ਵਾਰ ਮਿਲਦੇ ਰਹੇ ਤੇ ਫਿਰ ਥੋੜਾ ਸਪਸ਼ਟ ਹੋਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਤਾਂ ਉਹ ਚਿੱਟੇ ਦਿਨ ਉਹ ਨਿਖਰ ਕੇ ਸਾਹਮਣੇ ਆ ਗਏ ਹਨ ਤੇ ਉਹਨਾਂ ਨੇ ਪਾਰਟੀ ਦਾ ਐਲਾਨ ਭਾਵੇਂ ਨਾ ਤੇ ਹੋਰ ਬੜਾ ਕੁਝ ਨਹੀਂ ਦੱਸਿਆ, ਕਿਉਂਕਿ ਜੋ ਕੁਝ ਹਾਲੇ ਚੋਣ ਕਮਿਸ਼ਨ ਨੇ ਤੈਅ ਕਰਨਾ ਹੈ ਬੜਾ ਕੁਝ। ਇਹਨੂੰ ਸਾਰੇ ਕੁਝ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਅਮਰਿੰਦਰ ਸਿੰਘ ਨੇ ਵੈਸੇ ਤਾਂ ਪਹਿਲੇ ਦਿਨ ਹੀ ਇਹ ਗੱਲ ਕਰਤੀ ਸੀ ਕਿ ਮੈਨੂੰ ਅਪਮਾਨਿਤ ਕਰਕੇ ਹਟਾਇਆ ਗਿਆ। ਜਦੋਂ ਅਪਮਾਨਿਤ ਕਰਕੇ ਹਟਾਇਆ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਮੈਂ ਕਿਸੇ ਵੀ ਹਾਲਤ ਦੇ ਵਿੱਚ ਨਵਜੋਤ ਸਿੱਧੂ ਨੂੰ ਜਿੱਤਣ ਨਹੀਂ ਦੇਵਾਂਗਾ, ਚਾਹੇ ਕੋਈ ਵੀ ਬੰਦੇ ਖੜੇ ਕਰਨੇ ਪੈਣ ਮੈਨੂੰ ਕਿਤੇ ਵੀ। ਇਹਦਾ ਮਤਲਬ ਬੰਦੇ ਖੜੇ ਕਰਨ, ਕਾਂਗਰਸ ਤਾਂ ਆਪਣੇ ਬੰਦਿਆਂ ਦੇ ਖਿਲਾਫ ਖੜੇ ਕਰਨ ਦੀ ਇਜਾਜ਼ਤ ਨਹੀਂ ਦੇਊਗੀ। ਤਾਂ ਰਸਤਾ ਤਾਂ ਉਦੋਂ ਤੋਂ ਹੀ ਉਸ ਪਾਸੇ ਵੱਲ ਜਿਹੜਾ ਚੱਲਣਾ ਸ਼ੁਰੂ ਹੋ ਗਿਆ ਸੀ। ਹਾਂ, ਕੇਵਲ ਟਾਈਮਿੰਗ ਦਾ ਹੀ ਫਰਕ ਸੀ ਕਿ 2 ਮਹੀਨੇ ਕੱਢਣੇ ਨੇ, ਮਹੀਨਾ ਕੱਢਣਾ, ਕਿੰਨਾ ਸਮਾਂ ਕੱਢਣਾ। ਉਦੋਂ ਸ਼ਾਇਦ ਇਸ ਤਰ੍ਹਾਂ ਲੱਗਦਾ ਸੀ ਵੀ ਸ਼ਾਇਦ ਉਹਨਾਂ ਨੂੰ ਪਾਰਟੀ ਬਣਾ ਲਵੇ ਜਾਂ ਕਿਤੇ ਦੋਵਾਂ ਧਿਰਾਂ ਦਾ ਸਮਝੌਤਾ ਹੋ ਜਾਵੇ। ਬਣਾਉਣ ਦਾ ਰਸਤਾ ਤਾਂ ਬੰਦ ਹੋ ਚੁੱਕਿਆ ਸੀ। ਲਾਸਟ ਫਾਈਨਲ ਡਿਸੀਜਨ ਬਣਾਉਣ ਦਾ ਰਸਤਾ ਤਾਂ ਪਿਛਲੇ 6 ਮਹੀਨਿਆਂ ਤੋਂ ਚੱਲ ਹੀ ਰਿਹਾ ਸੀ, ਉਦੋਂ ਹਟਾਉਣ ਤੋਂ ਬਾਅਦ ਵੀ। ਤੇ ਜੇ ਉਹ ਹਟਾਏ ਗਏ ਜਿਸ ਤਰੀਕੇ ਨਾਲ ਹਟਾਏ ਗਏ ਤੇ ਇਹਦਾ ਮਤਲਬ ਡੈਡਲੌਕ ਪੈਦਾ ਹੋ ਗਿਆ ਸੀ, ਬਣਾਉਣ ਦਾ ਤਰੀਕਾ ਬੰਦ ਹੋ ਗਿਆ। ਸ਼ਾਇਦ ਇਸੇ ਕਰਕੇ ਕਲੀਅਰ ਹੈ ਕਿ ਉਸ ਤੋਂ ਬਾਅਦ ਅਮਰਿੰਦਰ ਸਿੰਘ ਨਾਲ ਕਿਸੇ ਨੇ ਮੁਲਾਕਾਤ ਕਰਨ ਦੀ ਟਰਾਈ ਵੀ ਨਹੀਂ ਕੀਤੀ। ਈਵਨ ਉਸ ਤੋਂ ਪੁਰਾਣਾ ਵੀ ਜਿਹੜਾ ਇੱਕ ਵਾਰ ਰਾਹੁਲ ਗਾਂਧੀ ਨੇ ਇੱਕ ਵਾਰ ਬਿਆਨ ਦਿੱਤਾ ਸੀ ਕਿ ਜਿਹਨੇ ਜਾਣਾ ਚਲਾ ਜਾਏ, ਸਾਨੂੰ ਕੋਈ ਇਤਰਾਜ਼ ਨਹੀਂ। ਤੇ ਉਦੋਂ ਤੋਂ ਲੋਕ ਸੰਕੇਤ ਮੰਨਣ ਲੱਗ ਗਏ ਸੀ, ਇਹ ਦੇਖਣ ਲੱਗ ਗਏ ਸੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਖਿਲਾਫ ਫੈਸਲਾ ਹੋਏਗਾ, ਉਹਨਾਂ ਨੂੰ ਹਟਣਾ ਪਊਗਾ। ਜਿਹੜੇ ਦਿਨ ਨਵਜੋਤ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਲਾਤਾ ਸੀ, ਉਸ ਦਿਨ ਤੋਂ ਵੀ ਇਹ ਕਲੀਅਰ ਹੋਰ ਜ਼ਿਆਦਾ ਸ਼ੁਰੂ ਹੋ ਗਿਆ ਸੀ ਕਿ ਦੋਵੇਂ ਇੱਕੋ ਤਾਂ ਨਾਲ ਤਾਂ ਚੱਲ ਨਹੀਂ ਸਕਦੇ। ਨਵਜੋਤ ਸਿੱਧੂ ਦਾ ਵੀ ਇਹੋ ਜਿਹਾ ਹੀ ਮਿਜਾਜ ਹੈ ਤੇ ਅਮਰਿੰਦਰ ਸਿੰਘ ਦਾ ਵੀ ਇਹੋ ਜਿਹਾ ਹੀ ਹੈ। ਚਾਹੇ ਇੱਕਾ ਦੁੱਕਾ ਦਿਖਾਉਣ ਲਈ ਮੀਟਿੰਗਾਂ ਕੀਤੀਆਂ ਇਹਨਾਂ ਨੇ ਵੀ ਚਲੋ ਇਕੱਠੀ ਮੀਟਿੰਗ ਕਰ ਲਓ ਜੇ ਉਹ, ਪਰ ਸਭ ਦਾ ਬਾਡੀ ਲੈਂਗੁਏਜ ਤੇ ਸਭ ਦੀ ਮਾਨਸਿਕਤਾ ਇਹ ਨਜ਼ਰ ਆਉਂਦੀ ਸੀ। ਸਾਰੇ ਜਿਹੜੇ ਪੋਲੀਟੀਕਲ ਜਾਣਕਾਰ ਲੋਕ ਸੀ ਉਹਨਾਂ ਨੂੰ ਲੱਗਦਾ ਸੀ ਕਿ ਇੱਕ ਨੂੰ ਤਾਂ ਜਾਣਾ ਹੀ ਪਏਗਾ। ਤਾਂ ਇੱਕ ਨੂੰ ਜਾਣ ਦਾ ਮਤਲਬ ਸੀ ਕਿ ਰਾਹੁਲ ਗਾਂਧੀ ਹੁਣੀ ਇਹਦੇ ਖਿਲਾਫ ਸੀ ਤਾਂ ਅਮਰਿੰਦਰ ਨੂੰ ਹੀ ਜਾਣਾ ਪੈਣਾ ਸੀ। ਤੇ ਕਿਉਂਕਿ ਕਾਂਗਰਸ ਨੂੰ ਵੀ ਬੜੇ ਲੰਬੇ ਸਮੇਂ ਤੋਂ ਲੱਗ ਰਿਹਾ ਸੀ ਤੇ ਬਾਕੀ ਕਈ ਲੋਕਾਂ ਨੂੰ ਕਾਂਗਰਸ ਨੂੰ ਇਹ ਲੱਗ ਰਿਹਾ ਸੀ ਕਿ ਐਤਕੀ ਅਮਰਿੰਦਰ ਸਿੰਘ ਦਾ ਜਿਹੜਾ ਇਹ ਕਾਰਜ ਕਰ ਰਿਹਾ 4.5 ਸਾਲ ਦਾ, ਉਹਦੇ ਦੌਰਾਨ ਉਹ ਵਿਚਾਰਕ ਤੌਰ ਤੇ ਬੀਜੇਪੀ ਦੀ ਲਾਈਨ ਦੇ ਪੱਖ 'ਚ ਜ਼ਿਆਦਾ ਖੜਦੇ ਰਹੇ ਕਾਂਗਰਸ ਦੇ ਮੁਕਾਬਲੇ ਵੀ। ਕਿੰਨੇ ਮਾਮਲਿਆਂ ਤੇ ਇਹ ਵੀ ਹੋ ਗਿਆ ਕਿ ਕਾਂਗਰਸ ਹਾਈ ਕਮਾਨ ਇੱਕ ਹੋਰ ਸਟੈਂਡ ਲੈ ਰਹੀ ਹੈ ਕਿਸੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਹੋਰ ਸਟੈਂਡ ਲੈ ਰਹੇ ਨੇ ਜਿਹੜਾ ਕਿ ਬੀਜੇਪੀ ਦੇ ਨੇੜੇ ਲੱਗਦਾ ਜਾਂ ਪ੍ਰਾਈਮ ਮਿਨਿਸਟਰ ਦੇ ਨੇੜੇ ਲੱਗਦਾ ਸੀ। ਤੇ ਉਸੇ ਦੇ ਲਈ ਫਿਰ ਅਮਰਿੰਦਰ ਸਿੰਘ ਨੂੰ ਮੇਰੇ ਖਿਆਲ ਕੋਈ ਬਹੁਤ ਜ਼ਿਆਦਾ ਔਖ ਨਹੀਂ ਆਈ ਕਿ ਉਹ ਸਿੱਧਾ ਹੀ ਜਿਵੇਂ ਇੱਕ ਕੋਈ ਲਛਮਣ ਰੇਖਾ ਕ੍ਰਾਸ ਕਰਨੀ ਹੁੰਦੀ ਹੈ, ਐਡਾ ਨਹੀਂ, ਉਹ ਪਹਿਲਾਂ ਹੀ ਕਰ ਚੁੱਕੇ ਸੀ ਵਿਚਾਰਕ ਤੌਰ ਤੇ। ਫਿਰ ਤਾਂ ਪ੍ਰੈਕਟੀਕਲੀ ਕਰਨੀ ਰਹਿੰਦੀ ਸੀ ਜਿਹੜੀ ਓਪਨ ਅੰਦਰ ਖਾਤੇ ਪਹਿਲਾਂ ਹੀ ਹੋ ਰਹੀ ਸੀ। ਤੇ ਜਦੋਂ ਉਹ ਅਮਿਤ ਸ਼ਾਹ ਨੂੰ ਮਿਲਦੇ ਨੇ ਤਾਂ ਅਮਿਤ ਸ਼ਾਹ ਨੂੰ ਮਿਲ ਕੇ ਜਦੋਂ ਫਿਰ ਫੈਸਲਾ ਕਰਦੇ ਨੇ ਇਹੀ ਸਾਰਾ ਕਿ ਬਾਰਡਰ ਤੇ ਆਹ ਕਰਨਾ ਚਾਹੀਦਾ, ਫਲਾਣੇ ਥਾਂ ਆਹ ਕਰਨਾ ਚਾਹੀਦਾ, ਫਲਾਣੇ ਥਾਂ ਸਿਕਿਉਰਿਟੀ ਥ੍ਰੈਟ ਹੈ, ਡਰੋਨ ਆ ਰਹੇ ਨੇ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਮੁਹਾਵਰਾ ਜਾਂ ਬਿਰਤਾਂਤ ਉਹਨਾਂ ਨੇ ਸਿਰਜਣ ਦੀ ਕੋਸ਼ਿਸ਼ ਕੀਤੀ, ਉਹ ਉਹੀ ਸੀ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਜਿਵੇਂ ਕਿਵੇਂ ਵੀ ਇੱਥੇ ਦਖਲ ਦੇਵੇ। ਤੇ ਦਖਲ ਦੇ ਕੇ ਫਿਰ ਉਹਨਾਂ ਨੇ ਇੱਕ ਲਾਈਨ ਇਹ ਕਹਿਤੀ ਕਿ ਮੈਂ ਤਾਂ ਜੀ ਬਾਅਦ ਦੇ ਵਿੱਚ ਕਿ ਮੈਂ ਮਤਲਬ ਕਿਸਾਨਾਂ ਦੀਆਂ ਮੰਗਾਂ ਲਈ ਗਿਆ ਸੀ, ਮੈਂ ਕਿਸਾਨਾਂ ਦਾ ਹੱਲ ਕਰਾ ਕੇ ਮੈਂ ਕੋਈ ਨਾ ਕੋਈ ਫੈਸਲਾ ਕਰਾ ਕੇ ਉਦੋਂ ਬਾਅਦ ਮੈਂ ਇਲੈਕਸ਼ਨ ਲੜੂੰਗਾ, ਇਲੈਕਸ਼ਨ ਲੜ ਕੇ
ਬੀਜੇਪੀ ਨਾਲ ਅਲਾਇੰਸ ਕਰਾਂਗੇ, ਹੋਰ ਧੜਿਆਂ ਨੂੰ ਵੀ ਬੁਲਾਵਾਂਗੇ। ਜਦੋਂ ਇਹ ਵਰਤਾਂਤ ਇੱਕ ਫਿਰ ਕਾਫੀ ਟੀਵੀ ਚੈਨਲਾਂ ਨੂੰ ਦਿੱਲੀ ਦੇ ਵਿੱਚ ਇੱਕ ਇੱਕ ਕਰਕੇ ਇੰਟਰਵਿਊਆਂ ਦਿੱਤੀਆਂ ਉਹਨੂੰ ਮਿਲਣ ਤੋਂ ਬਾਅਦ ਵੀ, ਤੇ ਉਹ ਸਾਰਾ ਇੱਕ ਪ੍ਰਚਾਰ, ਇੱਕ ਵਰਤਾਂਤ ਖੜਾ ਕਰਨ ਦਾ ਕੁਐਸਚਨ ਸੀ। ਅੱਜ ਵਾਲੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ, ਹਾਲਾਂਕਿ ਪਹਿਲਾਂ ਇਹ ਵੀ ਲੋਕਾਂ ਨੂੰ ਲੱਗਦਾ ਸੀ ਸ਼ਾਇਦ ਨਵੀਂ ਕੋਈ ਪਾਰਟੀ ਦੀ ਐਲਾਨ ਹੋਵੇ, ਅੱਜ ਹੀ ਐਲਾਨ ਦੀ ਪਰ ਅੱਜ ਦਾ ਜਿਹੜਾ ਇੱਕ ਉਪਲੱਥਾ ਦਿੱਤਾ ਬਸ ਇਹੀ ਹੈ ਕਿ ਮੈਂ 4.5 ਸਾਲ ਚ ਕੀ ਕੀਤਾ। ਕੈਬਨਿਟ ਦੇ ਰੂਪ ਦੇ ਵਿੱਚ ਜਿਹੜੇ ਫੈਸਲੇ ਹੋਏ ਵੱਖ-ਵੱਖ ਕੈਬਨਿਟ ਮੀਟਿੰਗਾਂ ਦੇ ਵਿੱਚ, ਉਹ ਇੱਕ ਐਡਾ ਵੱਡਾ ਪੋਥੀ ਲਿਆ ਕੇ ਸਾਰਿਆਂ ਦੇ ਸਾਹਮਣੇ ਰੱਖਤੀ ਕਿ ਅਸੀਂ ਜੀ ਆਹ ਕੀਤਾ। ਉਹਦੇ 'ਚ ਇਹ ਨੇ ਕਿ 117 ਫੈਸਲੇ ਸੀ, 97 ਅਸੀਂ ਲਾਗੂ ਕਰਤੇ, 11 ਅਜੇ ਪੈਂਡਿੰਗ ਨੇ, ਅੰਡਰ ਪ੍ਰੋਸੈਸ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਰਕੇ ਦਿਖਾਉਣਾ ਚਾਹੁੰਦੇ ਹੋ, ਉਹ ਇਹ ਹੈ ਵੀ ਅਸੀਂ ਪਰਫਾਰਮੈਂਸ ਬਹੁਤ ਵਧੀਆ ਕੀਤੀ। ਮਤਲਬ ਅਮਰਿੰਦਰ ਸਿੰਘ ਦਿਖਾਉਣਾ ਤਾਂ ਇਹ ਚਾਹੁੰਦੇ ਨੇ, ਮੈਂ ਪਰਫਾਰਮੈਂਸ ਬਹੁਤ ਵਧੀਆ ਕੀਤੀ। ਜਦ ਕਿ ਉਹਨਾਂ ਤੇ ਦੋਸ਼ ਲੱਗਦੇ ਰਹੇ ਨੇ ਕਿ ਉਹ ਸੀਸਮਾ ਫਾਰਮ ਤੋਂ ਹੀ, ਜਾਂ ਫਿਰ ਉਹ ਕਿ ਉਹਨਾਂ ਦੀ ਜਿਹੜੀ ਮਹਿਲਾ ਮਿੱਤਰ ਸੀ, ਜਾਂ ਉਹਨਾਂ ਤੇ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਕਿ ਉਹਨਾਂ ਨੂੰ ਉਹ ਵਕਤ ਜ਼ਿਆਦਾ ਦਿੰਦੇ ਰਹੇ। ਚਲੋ ਇਹ ਉਹਨਾਂ ਦਾ ਨਿੱਜੀ ਮਸਲਾ ਸੀ, ਪਰ ਸੂਬੇ ਦੇ ਮਸਲੇ ਹੱਲ ਕਰਨੇ, ਜਾਂ ਜਿਸ ਤਰ੍ਹਾਂ ਪੰਜਾਬ ਦੀ ਸਥਿਤੀ ਬਣੀ ਹੋਈ ਹੈ, ਬੇਰੁਜ਼ਗਾਰੀ ਹੈ, ਫਸਲਾਂ ਦੇ ਭਾਅ ਤੋਂ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ, ਸਿੱਖਿਆ ਤੇ ਸਿਹਤ ਸੈਕਟਰ ਜਿਸ ਤਰ੍ਹਾਂ ਅਣਦੇਖੀ ਹੋ ਰਹੀ ਹੈ, ਇਹ ਸਾਰੇ ਕੁਝ ਵਿੱਚ ਉਸ ਤਰ੍ਹਾਂ ਨਹੀਂ ਨਿਭੇ ਜਿਵੇਂ ਉਹਨਾਂ ਨੂੰ ਨਿਭਣਾ ਬਣਦਾ ਸੀ। ਜਦੋਂ ਇਹਨਾਂ ਨੇ 2017 ਦੀ ਚੋਣ ਲੜੀ ਹੈ ਜੀ, ਉਦੋਂ ਸਲੋਗਨ ਕਈ ਦਿੱਤੇ ਇਹੋ ਜਿਹੇ, ਕਾਫੀ ਵਿਦ ਕੈਪਟਨ, ਪੰਜਾਬ ਦਾ ਕੈਪਟਨ ਦੇ 9 ਨੁਕਤੇ, ਵੱਖ-ਵੱਖ ਟਾਈਪ ਦੀਆਂ ਚੀਜ਼ਾਂ ਜਿਹੜੀਆਂ ਪਰੋਸੀਆਂ ਗਈਆਂ ਲੋਕਾਂ ਦੇ ਸਾਹਮਣੇ ਲਿਆ ਕੇ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਉਸ ਤਰਤੀਬ 'ਚ ਗੱਲ ਨਹੀਂ ਕਰਦੇ। ਉਹ ਕੈਪਟਨ ਦੇ 9 ਨੁਕਤੇ ਕਿਹੜੇ ਨੇ, ਉਹ 9 ਨੁਕਤਿਆਂ ਤੇ ਕੀ ਹੋਇਆ। ਸਭ ਤੋਂ ਪਹਿਲੀ ਗੱਲ ਬੇਅਦਬੀ ਦਾ ਕੁਐਸਚਨ ਹੈ। ਬੇਅਦਬੀ ਤੇ ਕੀ ਹੋਇਆ, ਬਾਅਦ ਦੇ ਵਿੱਚ ਤੁਸੀਂ ਕਹਿਣ ਲੱਗੇ ਹੁਣ ਅਦਾਲਤੀ ਮਾਮਲਾ। ਅਦਾਲਤੀ ਮਾਮਲਾ ਤਾਂ ਉਦੋਂ ਵੀ ਸੀ ਜਦੋਂ ਤੁਸੀਂ ਨਹੀਂ ਆਏ ਸੀ, ਜਦੋਂ ਤੁਸੀਂ ਵਾਅਦਾ ਕਰ ਰਹੇ ਸੀ, ਉਦੋਂ ਵੀ ਤਾਂ ਅਦਾਲਤ 'ਚ ਸੀ ਕੇਸ। ਫਿਰ ਤੁਸੀਂ ਕਹਿੰਦੇ ਵੀ ਭਾਈ ਅਦਾਲਤ 'ਚ ਹੈ ਕੇਸ, ਅਸੀਂ ਅਦਾਲਤ ਦੇ ਕੋਲ ਜਾ ਕੇ ਕੋਸ਼ਿਸ਼ ਕਰਾਂਗੇ ਵੀ ਤੁਸੀਂ ਇਹਨੂੰ ਫਾਸਟ ਟਰੈਕ ਕਰ ਦਿਓ ਜਾਂ ਜੋ ਮਰਜ਼ੀ ਕਰ ਦਿਓ, ਕੁਛ ਨਾ ਕੁਛ। ਅਦਾਲਤ ਤੋਂ ਵੀ ਵੱਡਾ ਕੰਮ ਤਾਂ ਜਿਹੜੀਆਂ ਲਾ ਇਨਫੋਰਸਮੈਂਟ ਤੇ ਇਨਵੈਸਟੀਗੇਟਿਵ ਏਜੰਸੀਆਂ ਦਾ ਹੁੰਦਾ। ਅਦਾਲਤ ਸਾਹਮਣੇ ਲਿਜਾ ਕੇ ਜੋ ਪਰੋਸਣਗੀਆਂ, ਜੋ ਤੱਥ ਇਕੱਠੇ ਕਰਨਗੀਆਂ, ਉਹ ਵੀ ਤਾਂ ਉਹਦੇ ਨਾਲ ਜ਼ਰੂਰੀ ਇੱਕ ਗੱਲ ਬਣੇਗੀ ਨਾ, ਤਾਂ ਹੈ। ਦੂਜੀ ਗੱਲ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਨਸ਼ਿਆਂ ਦਾ ਲੱਕ ਤੋੜ ਦਾਂਗੇ। ਜਦੋਂ ਨਸ਼ਿਆਂ ਤੇ ਕੁਐਸਚਨ ਹੁੰਦਾ ਹੈ, ਉਹ ਕਹਿੰਦੇ ਅਸੀਂ 65,000 ਗ੍ਰਿਫਤਾਰੀਆਂ ਕੀਤੀਆਂ, 40,000 ਅੱਜ ਵੀ ਜੇਲ੍ਹ 'ਚ ਨੇ। 65,000 ਕੌਣ ਕੀਤੇ, ਕਿਹੜਾ ਤਸਕਰ ਹੈ? ਉਹਨਾਂ 'ਚ ਵਿਚਾਰੇ ਖਾਣ ਵਾਲੇ ਜਿਹੜੇ ਮਾੜੇ ਮੋਟੇ ਲੱਗੇ ਹੋਏ ਨੇ, ਜਿਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ, ਜਿਨ੍ਹਾਂ ਨੂੰ ਦੁਨੀਆ ਪੱਧਰ ਤੇ ਵੀ ਹੁਣ ਇਹ ਕਿਹਾ ਜਾ ਰਿਹਾ, ਤੇ ਗਵਰਨਮੈਂਟ ਆਫ ਇੰਡੀਆ ਪੱਧਰ ਦੇ ਉੱਤੇ ਵੀ ਜਿਹੜਾ ਸੋਸ਼ਲ ਸਿਕਿਉਰਿਟੀ ਦਾ ਡਿਪਾਰਟਮੈਂਟ ਆ, ਉਹਨੇ ਲਿਖ ਕੇ ਭੇਜਿਆ ਕਿ ਜਿਹੜਾ ਡਰੱਗ ਲੈਂਦਾ ਹੈ ਆਪ, ਉਹ ਦੋਸ਼ੀ ਨਹੀਂ ਹੈ, ਉਹ ਪੀੜਤ ਹੈ। ਉਹਦੇ ਨਾਲ ਵਿਕਟਮ ਦੇ ਤੌਰ ਤੇ ਪੇਸ਼ ਆਓ, ਉਹਦੇ ਨਾਲ ਮਤਲਬ ਅਪਰਾਧੀ ਦੇ ਤੌਰ ਤੇ ਪੇਸ਼ ਆਓ, ਔਰ ਉਹਦਾ ਟ੍ਰੀਟਮੈਂਟ ਕਿਵੇਂ ਹੋ ਸਕਦਾ ਹੈ, ਉਹਦੀ ਮੁੜ ਵਸੇਬਾ ਕਿਵੇਂ ਹੋ ਸਕਦਾ ਹੈ, ਉਹ ਸਾਰੀ ਵਿਉਂਤਬੰਦੀ ਕਰੋ। ਜਿਹੜੀ ਤਸਕਰੀ ਕਰਦਾ ਕੋਈ ਬੰਦਾ, ਜਿਹੜਾ ਉਹਨੂੰ ਵਪਾਰ ਦੇ ਤੌਰ ਤੇ ਵੇਚਦਾ, ਉਹਨਾਂ ਨੂੰ ਗਿਰਫਤਾਰ। ਇੱਕ ਤਾਂ ਇਹਦੇ ਤੋਂ ਇਹ ਕਲੀਅਰ ਹੁੰਦੀ ਹੈ ਗੱਲ ਕਿ ਤੁਹਾਡੇ ਦੌਰਾਨ ਤੁਹਾਡੀ ਪੁਲਿਸ ਨੇ 65,000 ਬੰਦਾ ਜਿਹੜਾ ਫੜਿਆ, ਉਹ ਚੋਂ ਕਿੰਨੇ ਸਧਾਰਨ ਪੀੜਤ ਬੰਦੇ ਫੜ ਕੇ ਜੇਲ੍ਹਾਂ 'ਚ ਨੇ। ਮਤਲਬ ਇਹਦਾ ਰਿਵਿਊ ਹੋਣਾ ਚਾਹੀਦਾ, ਮੈਨੂੰ ਲੱਗਦਾ ਇਹਦਾ ਰਿਵਿਊ ਹੋਣਾ ਚਾਹੀਦਾ ਕਿ ਉਹ ਬੰਦੇ ਜਿਨ੍ਹਾਂ ਦੀ ਕੋਈ ਸੱਦ ਪੁੱਛ ਨਹੀਂ ਸੀ, ਉਹ ਜੇਲ੍ਹ 'ਚ ਹੈ, ਤੇ ਉਹ ਕਿਉਂ ਨੇ। ਫਿਰ ਉਹਨਾਂ ਤੋਂ ਤਸਕਰੀ ਕਿੰਨਿਆਂ ਦੇ ਬੰਦਿਆਂ ਦੀ ਹੈ, ਜਾਂ ਜਿਹੜੇ ਬੰਦੇ ਤਸਕਰ, ਜਿਹੜੇ ਵੱਡੇ ਮਗਰਮੱਛ ਤੁਸੀਂ ਕਹਿ ਰਹੇ ਸੀ, ਉਹ ਮਗਰਮੱਛ ਕਿੱਥੇ ਨੇ, ਉਹਨਾਂ ਤੱਕ ਪਹੁੰਚੇ ਕਿਉਂ ਨਹੀਂ। ਤੇ ਜਦੋਂ ਸਵਾਲ ਇਹ ਆਉਂਦਾ ਕਿ ਤੁਹਾਡੇ ਟੈਨਿਓਰ ਦੀਆਂ 2 ਜਿਹੜੀਆਂ ਰਿਪੋਰਟਾਂ ਨੇ, ਜਿਹੜੀ ਤੁਸੀਂ STF ਬਣਾਈ ਸੀ ਹਰਪ੍ਰੀਤ ਸਿੱਧੂ ਦੀ ਅਗਵਾਈ 'ਚ, ਉਹ ਤੇ ਜਿਹੜੀ ਚੱਟੋਪਾਧਿਆ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਨੂੰ ਹੁਣ ਵਿਜੀਲੈਂਸ ਚੀਫ ਲਾਇਆ ਗਿਆ, ਉਹ ਦੋਨੋਂ ਰਿਪੋਰਟਾਂ ਪੈਂਡਿੰਗ ਪਈਆਂ ਨੇ ਕੋਰਟ ਕੋਲ। ਤੁਸੀਂ ਕੋਸ਼ਿਸ਼ ਕਿਉਂ ਨਹੀਂ ਕੀਤੀ? ਚੀਫ ਜਸਟਿਸ ਨੂੰ ਕਿੰਨੇ ਵਾਰ ਲਿਖਿਆ ਕਿ ਜੀ ਇਹ ਰਿਪੋਰਟਾਂ ਜਨਤਕ ਕਰੋ, ਇਹਨਾਂ ਤੇ ਸੁਣਵਾਈ ਕਰੋ, ਕੋਈ ਐਫਰਟ ਕੀਤੀ? ਜੇ ਇਹਦੇ ਤੇ ਕੋਸ਼ਿਸ਼ ਹੀ ਨਹੀਂ ਕੀਤੀ ਤਾਂ ਇਹ ਲੋਕ ਸੁਭਾਵਕ ਹੈ ਕਿ ਸਮਝਣਗੇ ਕਿ ਤੁਹਾਡੀ ਆਪਸ ਦੇ ਵਿੱਚ ਕੋਈ ਅੰਡਰਸਟੈਂਡਿੰਗ ਹੈ, ਤੁਸੀਂ ਉਹਨੂੰ ਨਹੀਂ ਸਾਹਮਣੇ ਲਿਆਉਣਾ ਚਾਹੁੰਦੇ। ਉਹ ਅਜੇ ਵੀ ਕੋਰਟ 'ਚ ਹੀਅਰਿੰਗ ਚੱਲ ਰਹੀ ਹੈ, ਉਹ ਸਾਰੇ ਮਾਮਲੇ ਤੇ ਸੁਣਵਾਈ ਚੱਲ ਰਹੀ ਹੈ। ਇਹ ਦੂਜਾ ਸਵਾਲ ਹੈ ਜਿਹੜੇ ਕੈਪਟਨ ਦੇ 9 ਨੁਕਤਿਆਂ ਦੀ ਮੈਂ ਗੱਲ ਕਰਦਾ, ਜਿਹੜੇ ਵੀ ਉਸ ਲੈਵਲ ਤੇ ਹੋਵੇ। ਤੀਜਾ ਵੱਡਾ ਕੁਐਸਚਨ ਜਿਹੜਾ ਕੈਪਟਨ ਦੇ 9 ਨੁਕਤੇ ਸੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ। ਉਦੋਂ ਵੀਡੀਓ 'ਚ ਵਾਰ-ਵਾਰ ਬੋਲਦੇ ਸੁਣਦੇ ਨੇ ਕੈਪਟਨ ਅਮਰਿੰਦਰ ਸਿੰਘ, ਕਰਜ਼ਾ ਚਾਹੇ ਤੁਹਾਡਾ ਸਹਿਕਾਰੀ ਦਾ ਹੋਵੇ, ਚਾਹੇ ਸਰਕਾਰੀ ਦਾ ਹੋਵੇ, ਚਾਹੇ ਨਿੱਜੀ ਦਾ ਹੋਵੇ, ਚਾਹੇ ਆੜਤੀਏ ਦਾ ਹੋਵੇ, ਮੈਨੂੰ ਪਤਾ ਹੈ ਕਿੱਥੇ ਕਿੱਥੇ ਕਰਜ਼ਾ, ਜਾਣਕਾਰੀ ਹੈ, ਇਹ ਸਾਰਾ ਅਸੀਂ ਮਾਫ ਕਰਾਂਗੇ। ਉਦੋਂ 31 ਮਾਰਚ 2017 ਤੱਕ ਜਿਹੜੀ ਇਹਨਾਂ ਨੇ ਡੈਡਲਾਈਨ ਲਿਖੀ ਸੀ ਕਿ ਇੱਥੋਂ ਤੱਕ ਦਾ ਕਰਜ਼ਾ ਅਸੀਂ ਮਾਫ ਕਰਾਂਗੇ, ਉਦੋਂ 73,770 ਕਰੋੜ ਰੁਪਈਆ ਕਰਜ਼ਾ ਸੀ ਕਿਸਾਨਾਂ ਦਾ, ਸੰਸਥਾਗਤ ਆੜਤੀਆਂ ਤੋਂ ਬਿਨਾਂ, ਜਿਹੜਾ ਬੈਂਕਾਂ ਦਾ ਸੀ। ਤੁਸੀਂ ਮਾਫ ਕਿੰਨਾ ਕੀਤਾ? 4625 ਕਰੋੜ। 4625 ਕਰੋੜ ਦਾ ਕੀ ਬਾਨਾ ਬਚ ਗਿਆ, ਜਿੱਥੇ ਲਗਭਗ 8-10 ਹਜ਼ਾਰ ਕਰੋੜ ਰੁਪਈਆ ਕਰਜ਼ੇ ਦਾ ਵਿਆਜ ਬਣ ਜਾਂਦਾ ਹੋਵੇ ਹਰ ਸਾਲ,
ਉਹਦੇ 'ਚ ਤੁਸੀਂ 4.5 ਸਾਲਾਂ 'ਚ ਕਹਿੰਦੇ ਹੋ, ਫਿਰ ਕਹਿੰਦੇ ਸਾਡੇ ਕੋਲ ਪੈਸੇ ਨਹੀਂ। ਉਹ ਪੈਸੇ ਵੀ ਜਿਹੜੇ ਮਾਫ ਕੀਤੇ ਉਹਦੇ 'ਚੋਂ ਵੀ ਅੱਧੇ ਖਾ ਗਏ ਜਿਹੜੇ ਕਿਸਾਨਾਂ ਦੇ ਨਾਂ ਤੇ ਨੇ। ਉਹਦੇ 'ਚ ਕੀ ਕੀਤਾ ਕਿ ਸਾਡੇ ਕੋਲ ਪੈਸੇ ਨਹੀਂ, ਸਾਨੂੰ ਲੋਨ ਨਹੀਂ ਮਿਲਦਾ। ਤਾਂ 1% ਮਾਰਕੀਟ ਫੀਸ ਤੇ 1% ਰੂਰਲ ਡਿਵੈਲਪਮੈਂਟ ਫੰਡ ਇਹ ਨਵਾਂ ਲਾਤਾ। ਨਵਾਂ ਲਾ ਕੇ 9500 ਕਰੋੜ ਰੁਪਈਆ ਜਿਹੜਾ ਹਾਸਲ ਹੋਇਆ ਉਹਦੇ ਤੇ ਅਗੇਂਸਟ 10,000 ਕਰੋੜ ਰੁਪਈਆ ਲੈ ਲਿਆ ਲੋਨ। ਉਹ 10,000 ਕਰੋੜ ਚੋਂ ਤੁਸੀਂ 4625 ਮਾਫ ਕਰ ਦਿਓ, ਬਾਕੀ 5500 ਕਿੱਧਰ ਖਾ ਗਏ ਕਰੋੜ? ਉਹ ਵੀ ਨਹੀਂ ਮਤਲਬ ਦਿੱਤਾ। ਜਿਹੜਾ ਜਿਹਦੇ ਨਾਂ ਤੇ ਲੈ ਰਹੇ ਹੋ ਉਹਨੂੰ ਤਾਂ ਦਿਓ ਨਾ, ਜੇ ਫਿਰ ਵੀ ਕੋਈ ਸਿੰਸੈਰਿਟੀ ਹੈ। ਹੁਣ ਉਦੋਂ ਬਾਅਦ ਚੁੱਪੀ ਕਰ ਗਏ, ਉਹ ਤੁਹਾਡੇ ਕੋਲ ਹੈ ਹੀ ਨਹੀਂ। ਫਿਰ ਤੁਸੀਂ ਇਸੇ ਸਾਰੇ ਮਾਮਲੇ ਦਾ ਜਿਹੜਾ ਇੱਕ ਪ੍ਰੋਸੈਸ ਹੈ ਕਿਹਾ ਕਿ ਆ ਅਸੀਂ ਤੁਸੀਂ ਮਿਸ ਕਾਲ ਮਾਰਨੀ ਆ, ਫਾਰਮ ਭਰਨੇ ਨੇ, ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ। ਘਰ ਘਰ ਰੁਜ਼ਗਾਰ ਨਾ ਮਿਲਿਆ ਤਾਂ ਜਿੰਨਾ ਚਿਰ ਰੁਜ਼ਗਾਰ ਦਾ ਪ੍ਰੋਸੈਸ ਚੱਲੂਗਾ, ਪ੍ਰਕਿਰਿਆ ਚੱਲੂ, ਉਹਨਾਂ ਚਿਰ 2500 ਰੁਪਏ ਮਹੀਨਾ ਹਰ ਉਹ ਬੇਰੁਜ਼ਗਾਰ ਬੰਦੇ ਨੂੰ ਦੇਵਾਂਗੇ, ਉਹਦੇ ਪਰਿਵਾਰ ਨੂੰ ਦੇਵਾਂਗੇ। ਤੇ ਉਹ ਕਿੱਥੇ ਆ ਘਰ ਘਰ ਰੁਜ਼ਗਾਰ? 5-4 ਪੋਸਟਾਂ 'ਚ ਹੀ ਫਸ ਕੇ ਰਹਿ ਗਿਆ, ਜਿਹੜੀਆਂ ਕਿਸੇ ਦੇ ਵੱਡੇ ਪੋਲੀਟੀਕਲ ਪਰਿਵਾਰਾਂ ਨੂੰ ਦੇਤੀਆਂ, ਕਿਸੇ ਨੂੰ ਦੇਤੀਆਂ। ਤੇ ਤੁਸੀਂ ਉਹ ਕਿੱਥੇ ਗਿਆ? ਉਹ ਵਾਦਾ ਜਿਹੜੇ ਆਮ ਲੋਕਾਂ ਨੂੰ ਇਹਦੇ ਨਾਲ ਇੱਕ ਹੋਰ 8-8 7-7 ਹਜ਼ਾਰ ਦੇ ਮਿਲੇ ਤੇ ਸਰਕਾਰੀ ਕਾਲਜ ਬਚਾਓ ਮੰਚ ਵਾਲੇ ਜਿੱਥੇ ਵੀ ਇਹ ਰੁਜ਼ਗਾਰ ਮੇਲੇ ਲੱਗ ਰਹੇ ਨੇ, ਜਿਸ ਤਰ੍ਹਾਂ ਪਿਛਲੇ ਦਿਨੀ ਉਹਨਾਂ ਨੇ ਮਹਿੰਦਰਾ ਕਾਲਜ ਜਾ ਕੇ ਵਿਰੋਧ ਕੀਤਾ ਰੁਜ਼ਗਾਰ ਮੇਲੇ ਦਾ, ਉਹ ਤਾਂ ਬਿਲਕੁਲ ਹੀ ਸਪਸ਼ਟ ਤੌਰ ਤੇ ਉਹ ਤਾਂ ਨੰਗਾ ਹੋ ਚੁੱਕਾ ਹੈ। ਰੁਜ਼ਗਾਰ ਮੇਲੇ ਦਾ ਤਾਂ ਕੋਈ ਮਤਲਬ ਹੀ ਨਹੀਂ ਨਾ। ਰੁਜ਼ਗਾਰ ਮੇਲਾ ਕਰਦਾ ਉਹ ਫਰਾਡ ਹੈ। ਰੁਜ਼ਗਾਰ ਮੇਲੇ ਦਾ ਫਰਾਡ ਇਸ ਕਰਕੇ ਹੈ ਕਿ ਤੁਸੀਂ, ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਮਨੁੱਖੀ ਸ਼ਾਨ ਦੇ ਖਿਲਾਫ ਬੰਦਿਆਂ ਨੂੰ ਡਿਗਰੀਆਂ ਫੜ ਕੇ ਪਸ਼ੂਆਂ ਦੀ ਤਰ੍ਹਾਂ ਕਹਿੰਦੇ ਹੋ, ਜਿਵੇਂ ਨੁਮਾਇਸ਼ ਲੱਗਣੀ ਹੁੰਦੀ ਹੈ ਜਾ ਕੇ। ਤੁਸੀਂ ਜਿਹੜੀ ਹਿਊਮਨ ਡਿਗਨਿਟੀ ਹੈ ਉਹਨੂੰ ਕੰਪਰੋਮਾਈਜ਼ ਕਰ ਰਹੇ ਹੋ, ਉਹਦੇ ਨਾਲ ਸਮਝੌਤਾ ਕਰ ਰਹੇ ਹੋ। ਤੁਸੀਂ ਆਪਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮਤਲਬ ਵੀ ਕਿ ਤੁਹਾਡੀ ਮੁੱਲ ਇਹ ਹੈ ਕਿ ਤੁਸੀਂ ਉੱਥੇ ਜਾ ਕੇ ਖੜੋ, ਤੁਹਾਡੀਆਂ ਸ਼ਕਲਾਂ ਦੇਖੀਆਂ ਜਾਣਗੀਆਂ, ਤੁਹਾਡੀਆਂ ਡਿਗਰੀਆਂ ਹੁੰਦੀਆਂ ਨੇ ਕਿ ਚਾਹੇ ਕਾਰਪੋਰੇਟ ਨੇ ਰੱਖਣੇ ਨੇ, ਉਹ ਐਡਵਰਟਾਈਜ਼ਮੈਂਟ ਕਰੇ, ਜਿੰਨੀਆਂ ਮਰਜ਼ੀ ਰੱਖੇ, ਉਨੇ ਬੰਦੇ ਦਫ਼ਤਰ 'ਚ ਬੁਲਾਵੇ, ਇੰਟਰਵਿਊ ਲਏ, ਜਿੰਨੇ ਚਾਹੀਦੇ ਨੇ ਰੱਖ ਲਏ, ਤੇ ਨਹੀਂ ਚਾਹੀਦੇ ਉਦੋਂ ਬਾਅਦ ਦੀ ਗੱਲ ਹੈ। ਉਹ ਇੱਕ ਪਹਿਲੂ ਹੀ ਅਲੱਗ, ਉਹ ਤਰੀਕਾ ਹੀ ਗਲਤ ਹੈ ਜੀ। ਫਿਰ ਤੁਸੀਂ ਇਹ ਕੀਤਾ ਉਸੇ ਉਹਨਾਂ ਨੁਕਤਿਆਂ ਦੇ ਵਿੱਚ ਕਿ ਅਸੀਂ ਕੁੜੀਆਂ ਨੂੰ PhD ਤੱਕ ਦੀ ਫ੍ਰੀ ਸਿੱਖਿਆ ਦੇਵਾਂਗੇ ਜੀ। ਤੇ ਉਹ ਕਿੱਥੇ ਹੈ ਜੀ ਫ੍ਰੀ ਸਿੱਖਿਆ? ਉਹ ਜਿਹੜੀ ਲਗਾਤਾਰ ਦਿੱਤੀ ਕਾਲਜਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਫੀਸਾਂ ਦੇਣੀਆਂ ਪੈ ਰਹੀਆਂ। ਉਹ ਜਿਹੜਾ ਦੇਣ ਦਾ ਸਵਾਲ ਸੀ, ਉਹ ਤੁਸੀਂ ਇਸ਼ੂ ਹੀ ਟੱਚ ਨਹੀਂ ਫਿਰ ਕੀਤਾ। ਫਿਰ ਤੁਸੀਂ ਗ੍ਰੈਜੂਏਸ਼ਨ ਤੇ ਆ ਗਏ, ਫਿਰ ਤੁਸੀਂ ਕਦੇ +2 ਤੇ ਆ ਗਏ। ਫਿਰ ਤੁਸੀਂ ਕੀਤਾ ਕਿ ਜਿਹੜੇ ਨੌਜਵਾਨਾਂ 'ਚ ਉਮੀਦ ਨਹੀਂ ਹੈ, ਨਾ ਉਮੀਦੀ ਹੈ, ਇਹਨੂੰ ਅਸੀਂ ਉਮੀਦ 'ਚ ਬਦਲਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਪੰਜਾਬ ਦੇ ਨੌਜਵਾਨ ਪੰਜਾਬ 'ਚ ਰਹਿਣ। ਤੇ ਤੁਸੀਂ ਕਹਿਤਾ ਕਿ ਜੀ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਆਈਲੈਟਸ ਪੜ੍ਹਾ ਦਿਆ ਕਰਾਂਗੇ ਜੇਕਰ ਨਹੀਂ ਪੜ੍ਹਦੇ। ਸੁਖਬੀਰ ਬਾਦਲ ਵਾਂਗ ਜਿਵੇਂ ਉਹ ਕਹਿੰਦਾ 10 ਲੱਖ ਬਿਨਾਂ ਵਿਆਜ ਇਨਾਮ ਦਵਾ ਦਿਆ ਕਰਾਂਗੇ ਲੋਨ। ਮਤਲਬ ਤੁਸੀਂ ਧੱਕੇ ਨਾਲ ਕਹਿ ਰਹੇ ਹੋ ਕਿ ਇੱਥੋਂ ਜੁੜ ਜਾਓ, ਸਾਡੇ ਕੋਲ ਤੁਹਾਡੇ ਲਈ ਕੁਛ ਨਹੀਂ ਹੈ। ਐਕਸ਼ਨ ਜਿਹੜੇ ਨੇ ਇਹਨਾਂ ਸਾਰੇ ਕਿੰਨੇ ਵੱਡੇ ਜਿਹੜੇ ਮੁੱਦੇ ਨੇ, ਅਸਲ 'ਚ ਸੀਰੀਅਸ ਮੁੱਦੇ ਨੇ, ਉਹਦੇ ਤੇ ਤੁਹਾਡੇ ਉਲਟ ਦਿਖਾਈ ਦੇ ਰਹੇ ਨੇ, ਬਹੁਤ ਜ਼ਿਆਦਾ ਉਸ ਪਾਸੇ ਵੱਲ ਨੂੰ ਦਿਖਾਈ ਨਹੀਂ ਦੇ ਰਹੇ। ਤਾਂ ਕਿਹੜੀਆਂ ਗੱਲਾਂ ਕਰਕੇ ਉਹ ਇੰਨੀਆਂ ਗੱਲਾਂ ਕਰਕੇ, ਤੇ ਹੋਰ ਕਈ ਨੁਕਤੇ ਵਿੱਚ ਬਥੇਰੇ ਨੇ, ਕਿਉਂਕਿ ਇਸੇ ਕਰਕੇ 4.5 ਸਾਲ ਜਿਹੜੇ ਚੱਲੇ ਸੀ, ਇਹਦੇ 'ਚ ਸਰਕਾਰ ਵਿਰੋਧੀ ਧਿਰ ਦੇ ਨਾਲੋਂ ਵੀ ਕਾਂਗਰਸ ਦੀ ਆਪਣੇ ਲੋਕ ਜ਼ਿਆਦਾ ਇਹਦੀ ਆਲੋਚਨਾ ਕਰਦੇ ਰਹੇ, ਮੁਖਾਲਫਤ ਕਰਦੇ ਰਹੇ ਕਿ ਸਾਡੀ ਸਰਕਾਰ ਨਹੀਂ ਹੈ। ਜਦੋਂ ਕਹਿੰਦੇ ਨੇ ਸਾਡੀ ਸਰਕਾਰ ਨਹੀਂ ਹੈ, 4.5 ਸਾਲ ਤੱਕ ਤੁਸੀਂ ਸੈਟੀਸਫਾਈ ਨਹੀਂ ਕਰਾ ਸਕੇ ਆਪਣੇ ਲੋਕਾਂ ਨੂੰ। ਫਿਰ ਕਰਪਸ਼ਨ ਦਾ ਕੁਐਸਚਨ ਸੀ, ਤੁਸੀਂ ਨੈਕਸਸ ਤੋੜਨ ਦੀ ਗੱਲ ਕੀਤੀ, ਮਾਫੀਆ ਰਾਜ ਬੰਦ ਕਰਨ ਦੀ ਗੱਲ ਕੀਤੀ। ਇੱਕ ਵਾਰ ਹੈਲੀਕਾਪਟਰ ਤੇ ਚੱਕਰ ਦਿੱਤਾ ਆ ਕੇ, ਕੁਛ ਅਫਸਰ ਬਦਲੇ, ਤੇ ਉਦੋਂ ਬਾਅਦ ਕੁਝ ਨਹੀਂ ਹੈ। ਉਹੀ ਰੇਤ, ਉਹੀ ਚੀਜ਼ਾਂ, ਉਹੀ ਸਾਰਾ ਕੁਝ ਤੁਹਾਡੇ ਸਾਹਮਣੇ ਚੱਲਦਾ। ਔਰ ਇਸੇ ਤਰੀਕੇ ਦੇ ਨਾਲ ਟਰਾਂਸਪੋਰਟ ਮਾਫੀਆ, ਇਸੇ ਤਰੀਕੇ ਨਾਲ ਕੇਬਲ ਮਾਫੀਆ, ਇਸੇ ਤਰੀਕੇ ਨਾਲ ਸਭ ਕੁਝ ਤਾਂ ਉਹੀ ਚੱਲ ਰਿਹਾ। ਕੋਈ ਫਰਕ ਕੀ ਪਿਆ ਉਹਦੇ 'ਚ? ਜਿੰਨੇ ਵੀ ਬੁਨਿਆਦੀ ਮੁੱਦੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਮੈਂ ਆਹ ਕਰੂੰਗਾ, ਉਹ ਵਾਅਦੇ ਨਹੀਂ ਕਿਸੇ ਸਿਰੇ ਚੜੇ, ਕਿਸੇ ਨਾ ਕਿਸੇ। ਔਰ ਸਭ ਤੋਂ ਬੜਾ ਵਾਅਦਾ ਖੇਤੀਬਾੜੀ ਨੂੰ ਡਿਵਰਸੀਫਾਈ ਕਰਾਂਗੇ ਤੇ ਉਹਨੂੰ ਲੀਹ ਤੇ ਲਿਆਵਾਂਗੇ। ਅੱਜ ਦੀ ਡੇਟ ਤੱਕ ਵੀ ਉਹ ਖੇਤੀਬਾੜੀ ਪਾਲਿਸੀ ਦਾ ਡਰਾਫਟ ਪਿਆ, ਤੁਸੀਂ ਉਹਦੇ ਤੇ ਚਰਚਾ ਕਰਨੀ ਵੀ ਵਿਧਾਨ ਸਭਾ 'ਚ ਮਤਲਬ ਜ਼ਰੂਰੀ ਨਹੀਂ ਸਮਝੀ ਕਿਸੇ ਨੇ ਵੀ, ਇਹ ਕਾਂਗਰਸ ਪਾਰਟੀ। ਇਹਦਾ ਮਾਮਲਾ ਕੱਲਾ ਇਹ ਨਹੀਂ ਕਿ ਇਹ ਅਮਰਿੰਦਰ ਸਿੰਘ ਤੇ ਜਾਂਦੀ ਹੈ ਗੱਲ, ਸਭ ਸਿਆਸੀ ਅਮਰਿੰਦਰ ਸਿੰਘ ਤਾਂ ਮੇਨ ਗੱਲ ਹੈ ਹੀ ਨਹੀਂ, ਇਹ ਟੋਟਲ ਕਾਂਗਰਸ ਤੇ ਜਾਂਦੀ। ਜੇ ਹੁਣ ਸਾਰੀ ਕਾਂਗਰਸ ਇਹ ਕਹੇ ਕਿ ਅਮਰਿੰਦਰ ਕੱਲਾ ਦੋਸ਼ੀ ਹੈ, ਬਾਕੀ ਉਹੀ ਮੰਤਰੀ ਜਿਹੜੇ ਅਮਰਿੰਦਰ ਨਾਲ ਵੀ ਮਲਾਈ ਛਕਦੇ ਰਹੇ ਰਲ ਕੇ, ਤੇ ਹੁਣ ਦੁਬਾਰਾ ਫਿਰ ਛਕਣ ਲਈ ਤਿਆਰ ਨੇ, ਉਹ ਵੀ ਸਾਰੇ ਜ਼ਿੰਮੇਵਾਰ ਨੇ। ਕਰਪਸ਼ਨ ਦੇ ਚਾਰਜ ਕਿੰਨੇ ਮੰਤਰੀਆਂ ਤੇ ਲੱਗੇ ਨੇ? ਸਾਧੂ ਸਿੰਘ ਤੇ ਲੱਗੇ ਹੀ ਨੇ, ਇੱਥੇ ਬਲਬੀਰ ਸਿੱਧੂ ਤੇ ਵੀ ਲੱਗੇ, ਹੋਰ ਵੀ ਕਿੰਨਿਆਂ ਤੇ ਲੱਗੇ। ਈਵਨ ਪੁਰਾਣੇ ਇਹਨਾਂ ਦੇ 15 ਦੇ ਕਰੀਬ MLA ਨੇ ਰਾਣਾ ਗੁਰਜੀਤ ਤੇ ਸਵਾਲ ਉਠਾਏ, ਨਵਾਂ ਮੰਤਰੀ ਕਿਉਂ ਬਣਾਇਆ ਜਾ ਰਿਹਾ, ਬਾਕੀ ਦੀਆਂ ਚੀਜ਼ਾਂ ਕਿੰਨੇ ਕੁਐਸਚਨ ਇਸ ਸਮੁੱਚੀ ਪਾਰਟੀ ਤੇ ਵੀ ਨੇ, ਪਾਰਟੀ ਦੀ ਕਾਰਗੁਜ਼ਾਰੀ ਤੇ ਵੀ ਨੇ। ਐਜ ਏ ਕੈਪਟਨ ਦੇ ਤੌਰ ਤੇ, ਜਦੋਂ ਪੰਜਾਬ ਦਾ ਕੈਪਟਨ ਹੈ ਤਾਂ ਪਾਰਟੀ ਦਾ ਵੀ ਕੈਪਟਨ ਸੀ, ਉਹਦੀ ਜ਼ਿੰਮੇਵਾਰੀ ਜ਼ਿਆਦਾ ਹੈ।
ਉਹ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਤੁਸੀਂ ਹੋ ਸਕਦੇ। ਇਹਨਾਂ ਸਵਾਲਾਂ ਦੇ ਜਵਾਬ ਤਾਂ ਲੋਕਾਂ ਦੇ ਕਟਹਿਰੇ 'ਚ ਲੋਕਾਂ ਦੇ ਸਾਹਮਣੇ ਦੇਣੇ ਪੈਣਗੇ। ਜਿਸ ਤਰ੍ਹਾਂ ਆਪਾਂ ਨਸ਼ਿਆਂ ਦੀ ਗੱਲ ਛੇੜੀ ਹੈ ਨਾ, ਚਲੋ ਬੇਰੁਜ਼ਗਾਰੀ ਦਾ ਮੁੱਦਾ ਬਹੁਤ ਵੱਡਾ ਹੈ, ਉਹ ਤੇ ਲੋਕ ਉਹਦਾ ਵਿਰੋਧ ਵੀ ਕਰ ਰਹੇ ਨੇ। ਉੱਥੇ ਵੀ ਉਹ ਵੀ ਇਹਨਾਂ ਦਾ ਝੂਠ ਸੀ, ਵਾਦਾ ਵਫਾ ਨਹੀਂ ਹੋਇਆ। ਤੇ ਜਿਸ ਤਰ੍ਹਾਂ ਤੁਸੀਂ ਨਸ਼ਿਆਂ ਤੇ ਗੱਲ ਕੀਤੀ ਹੈ, ਤੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਗੁਟਕੇ ਦੀ ਸਹੁੰ ਚੁੱਕ ਕੇ ਆਖਿਆ ਸੀ ਕਿ ਮੈਂ ਪੰਜਾਬ 'ਚੋਂ ਨਸ਼ੇ ਖਤਮ ਕਰਾਂਗਾ, ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਊਗਾ, ਤੇ ਜਿਸ ਤਰ੍ਹਾਂ ਦਾਅਵਾ ਕੀਤਾ ਸੀ, ਵਾਅਦਾ ਕੀਤਾ ਸੀ ਕਿ ਵੱਡੇ ਵੱਡੇ ਮੱਛ ਫੜੇ ਜਾਣਗੇ। ਤੇ ਮਸਲਾ ਉਹੀ ਹੈ ਕਿ ਮਾਤੜ ਲੋਕ ਜਿਨ੍ਹਾਂ ਦੀ ਪਿੱਠ ਤੇ ਕੋਈ ਆਉਣ ਵਾਲਾ ਨਹੀਂ ਹੈਗਾ, ਤੇ ਜਾਂ ਜਿਹੜੇ ਇੰਨੇ ਸਮਰੱਥ ਨਹੀਂ ਹੈਗੇ, ਤੇ ਜਿਨ੍ਹਾਂ ਕੋਲੇ ਅੱਗੇ ਸਿਹਤਾਂ ਮਾੜੀਆਂ ਨੇ, ਤੇ ਉਹਨਾਂ ਨੂੰ ਮਾੜਾ ਮੋਟਾ ਨਸ਼ਾ ਉੱਠਣ ਲਈ ਖਾਣਾ ਪੈਂਦਾ ਜੇ, ਤੇ ਉਹੋ ਹੀ ਕਿ ਉਹਨਾਂ ਦੇ ਮਾਨਵੀ ਹੱਕਾਂ ਦੀ ਉਲੰਘਣਾ ਵੀ ਹੋਈ ਹੈ, ਤੇ ਉਹ ਫੜ ਕੇ ਅੰਦਰ ਕੀਤੇ ਹੋਏ ਨੇ। ਤਾਂ ਕੀ ਆਪਾਂ ਇਹ ਮੰਨੀਏ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਇਹ ਦੁਹਾਈ ਦਿੰਦੇ ਨੇ ਕਿ ਡਰੋਨ ਜਿਹੜੇ ਵਾਰ-ਵਾਰ ਪੰਜਾਬ 'ਚ ਆ ਰਹੇ ਨੇ, ਪੰਜਾਬ 'ਚ ਡਰੋਨ ਆ ਰਹੇ ਨੇ, ਤੇ ਉਹ ਇਹਦੀ ਦੁਹਾਈ ਦਿੰਦੇ ਨੇ, ਤੇ ਉਹਨਾਂ ਦਾ ਇਹ ਦਾਅਵਾ ਆ ਕਿ ਡਰੋਨਸ ਰਾਹੀਂ ਸਾਡੇ ਅੰਦਰ ਤੱਕ ਡਰੱਗ ਲਿਆਂਦੀ ਜਾ ਰਹੀ ਹੈ। ਕੀ ਉਹ ਇਸ ਗੱਲ ਨੂੰ ਢਕਣਾ ਚਾਹੁੰਦੇ ਨੇ ਕਿ ਉਹ ਗੁਟਕੇ ਦੀ ਸਹੁੰ ਖਾ ਕੇ, ਗੁਰਬਾਣੀ ਦੀ ਸਹੁੰ ਖਾ ਕੇ, ਤੇ ਉਹ ਨਸ਼ਾ ਮੁਕਤ ਕਰਨ 'ਚ ਸਫਲ ਨਹੀਂ ਰਹੇ? ਉਹ ਇਸ ਗੱਲ ਨੂੰ ਢਕ ਰਹੇ ਨੇ ਡਰੋਨਾਂ ਦੀ ਦੁਹਾਈ ਦੇ ਕੇ? ਨਹੀਂ, ਮੈਨੂੰ ਨਹੀਂ ਲੱਗਦਾ। ਉਹਦਾ ਕਾਰਨ ਇਹ ਹੈ ਕਿ ਚਾਹੇ ਡਰੋਨ ਨਾਲ ਰਾਹੀਂ ਆਉਣ, ਚਾਹੇ ਰੇਲ ਗੱਡੀ ਰਾਹੀਂ ਆਉਣ, ਚਾਹੇ ਹਵਾਈ ਜਹਾਜ਼ ਰਾਹੀਂ ਆਉਣ, ਗੱਲ ਤਾਂ ਕਿਹੜੇ ਰਾਹੀਂ ਆਉਂਦੇ ਨੇ। ਤੁਸੀਂ ਸਰਕਾਰ ਚਾਹੋ ਨਾ, ਤੁਸੀਂ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਲੋਕਾਂ ਨਾਲ, ਕਾਹਦੇ ਰਾਹੀਂ ਆਉਂਦੇ ਨੇ, ਕਿਹਦੇ ਰਾਹੀਂ ਨਹੀਂ ਆਉਂਦੇ, ਵਿਆਖਿਆ ਦੇਣ ਲਈ ਨਹੀਂ ਕੀਤਾ। ਬਾਕੀ ਦੂਜੀ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਦੀ ਪੋਲਿਟਿਕਸ ਪੂਰੀ ਤਰ੍ਹਾਂ, ਜਿਵੇਂ ਕਹਿੰਦੇ ਨਾ, ਪੈਰਾਡਾਈਮ ਸ਼ਿਫਟ, ਪੂਰਾ ਪਾਸਾ ਹੀ ਪਲਟ ਗਿਆ ਹੁੰਦਾ ਹੈ। ਉਹ ਪਾਸਾ ਪਲਟ ਚੁੱਕਿਆ ਇਸ ਵਾਰ, ਪਹਿਲੇ ਟੈਨਿਓਰ ਨਾਲੋਂ, ਪਹਿਲੇ ਨਾਲੋਂ। ਜਿਹੜਾ ਅਮਰਿੰਦਰ ਸਿੰਘ ਕੱਦੂ ਖੇੜੇ 'ਚ ਬੈਠਦਾ ਹੈ ਸਟੇਟ ਦੇ ਰਾਈਟ ਦੇ ਲਈ, ਜਿਹੜਾ ਅਮਰਿੰਦਰ ਸਿੰਘ 80 'ਚ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਤੋਂ ਦੁਖੀ ਹੋ ਕੇ ਅਸਤੀਫਾ ਦੇ ਦਿੰਦਾ, ਤੇ ਜਿਹੜਾ ਅਮਰਿੰਦਰ ਸਿੰਘ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜਣ ਨਾਲ ਬਰਨਾਲਾ ਸਰਕਾਰ ਦੀ ਮਿਨਿਸਟਰੀ ਤੋਂ ਅਸਤੀਫਾ ਦੇ ਦਿੰਦਾ, ਜਿਹੜਾ ਪਾਣੀਆਂ ਦੀ ਗੱਲ, ਅੱਜ ਉਹ ਸਾਰਾ ਕੁਝ ਸੈਂਟਰਲਾਈਜ਼ਡ ਸਿਸਟਮ ਦੇ ਪੱਖ 'ਚ ਹੋ ਗਿਆ। ਸਿਕਿਉਰਿਟੀ, BSF ਦੀ ਸਿਕਿਉਰਿਟੀ ਦਾ ਸਵਾਲ ਹੈ, ਉਹ ਕਹਿੰਦਾ ਠੀਕ ਹੈ। ਹਰ ਗੱਲ ਤੇ ਉਹ ਗਵਰਨਮੈਂਟ ਆਫ ਇੰਡੀਆ ਦਾ ਦਖਲ ਮੰਗਦਾ, ਹਰ ਗੱਲ ਤੇ ਉਹ ਪਾਕਿਸਤਾਨ ਦੇ ਖਿਲਾਫ ਬੋਲਦਾ। ਕਿਸੇ ਚੀਫ ਮਿਨਿਸਟਰ ਦੀ ਇਹ ਜ਼ਿੰਮੇਵਾਰੀ ਹੈ ਜਾਂ ਗਵਰਨਮੈਂਟ ਆਫ ਇੰਡੀਆ ਦੀ? ਤਾਂ ਫਿਰ ਫੋਰਨ ਮਿਨਿਸਟਰ, ਡਿਫੈਂਸ ਮਿਨਿਸਟਰ ਕਾਹਦੇ ਲਈ ਰੱਖੇ ਹੋਏ ਨੇ? ਤੁਸੀਂ ਉੱਥੇ ਚੱਲ ਕੇ ਡਿਊਟੀ ਨਿਭਾ ਦਿਓ ਜੇਕਰ ਤੁਹਾਨੂੰ ਹੈ। ਚੀਫ ਮਿਨਿਸਟਰ ਨੂੰ ਆਪਣੀਆਂ ਸਮੱਸਿਆਵਾਂ ਦੇ ਦਾਇਰੇ ਦੇ ਵਿੱਚ ਰਹਿ ਕੇ, ਚਾਹੇ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਲੈ ਕੇ, ਅਮਰਿੰਦਰ ਸਿੰਘ ਦਾ ਇਹ ਵਿਵਹਾਰ ਲਗਾਤਾਰ ਪਿੰਚ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਜਦੋਂ ਉਹ ਪਾਕਿਸਤਾਨ ਦੁਸ਼ਮਣ ਨੂੰ ਐ ਕਰੋ। ਬਲਕਿ ਇੱਥੇ ਤਾਂ ਇਸ ਖਿੱਤੇ ਦੇ ਵਿੱਚ ਤਾਂ ਇੱਕ ਐਸਾ ਮਾਹੌਲ ਬਣਾਉਣ ਦੀ ਲੋੜ ਹੈ। ਲੋਕ ਲੋਚਦੇ ਨੇ ਬੜੇ ਵੱਡੇ ਪੱਧਰ ਤੇ, ਔਰ ਈਵਨ ਪਾਕਿਸਤਾਨ ਦਾ ਪੰਜਾਬੀ ਵੀ ਇੱਧਰਲਾ ਪੰਜਾਬ ਤਾਂ, ਦੋ ਜਿਹੜਾ ਲਹਿਦਾ ਤੇ ਚੜ੍ਹਦਾ ਪੰਜਾਬ ਨੇ, ਦੋਨੋਂ ਦੇਖਦੇ ਨੇ ਕਿ ਸਾਡਾ ਰਿਸ਼ਤੇ ਸੁਧਰਨ, ਬਾਰਡਰ ਖੁੱਲਣਗੇ, ਕਾਰੋਬਾਰ ਵਧੇਗਾ, ਨੌਕਰੀਆਂ ਪੈਦਾ ਹੋਣਗੀਆਂ, ਤੇ ਖੇਤੀ ਨੂੰ ਵੀ ਮਤਲਬ ਹੋਰ ਜ਼ਿਆਦਾ ਉਤਸ਼ਾਹ ਮਿਲੂਗਾ। ਸਾਰੀਆਂ ਚੀਜ਼ਾਂ ਦਾ ਉਤਸ਼ਾਹ ਸਾਡੇ ਸਾਹਮਣੇ ਬਾਰਡਰ ਦਾ ਮਾਮਲਾ ਹੈ ਕਿ ਉਹ ਸਗੋਂ ਖੁੱਲੂਗਾ ਤਾਂ ਜੇਕਰ ਇਹੋ ਜਿਹੀਆਂ ਬਿਆਨਬਾਜ਼ੀਆਂ ਬੰਦ ਹੋਣਗੀਆਂ, ਤੁਸੀਂ ਉਹ ਕੋਸ਼ਿਸ਼ ਕਰੋਗੇ ਜਿਹੜੀ ਕੋਸ਼ਿਸ਼ ਉਸ ਪਾਸੇ ਵੱਲ ਨੂੰ ਜਾਂਦੀ ਹੋਵੇ। ਇਹ ਬੀਜੇਪੀ ਨਾਲੋਂ ਵੀ ਜ਼ਿਆਦਾ ਸਖਤ ਨਫ਼ਰਤ ਫੈਲਾਉਣ ਦਾ ਜਿਹੜਾ ਇੱਕ ਤਰੀਕਾ ਹੈ ਕਿ ਕਿਸੇ ਨਾਲ ਤਰੀਕਾ ਹੈ। ਇਸ ਲਈ ਉਹਨਾਂ ਦੇ ਜਿਹੜੀ ਪਿਛਲੀ ਪੋਲੀਟੀਕਲ ਲਾਈਨ ਹੈ ਉਹ ਹੁਣ ਤੱਕ ਹੈ। ਇਸੇ ਚੋਂ ਇਹ ਦੇਖਿਆ ਜਾ ਰਿਹਾ ਕਿ 4.5 ਸਾਲ ਚ ਹੁਣ ਬਾਰ-ਬਾਰ ਅੱਜ ਦੇ ਦੌਰ ਚ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੋਵੇ, ਜਦੋਂ ਬਾਕੀ ਦੀਆਂ ਚੀਜ਼ਾਂ ਚੱਲ ਰਹੀਆਂ ਨੇ, ਜਦੋਂ ਬੀਜੇਪੀ ਬਿਲਕੁਲ ਹਾਸੀਏ ਤੇ ਹੈ, ਉਹਨਾਂ ਦੇ ਲੀਡਰਾਂ ਦਾ ਹਰਿਆਣੇ 'ਚ, ਪੰਜਾਬ 'ਚ, ਪੱਛਮੀ ਯੂਪੀ 'ਚ ਘੱਟੋ ਘੱਟ ਬਾਹਰ ਨਿਕਲਣਾ ਬੰਦ ਹੋਵੇ, ਉਦੋਂ ਕੋਈ ਧੜੱਲੇ ਨਾਲ ਲੀਡਰ ਇਹ ਕਹਿੰਦਾ ਹੋ ਰਿਹਾ ਮੈਂ ਬੀਜੇਪੀ ਨਾਲ ਰਲ ਕੇ ਚੋਣ ਲੜੂੰਗਾ। ਬਿਲਕੁਲ, ਇਹ ਸੋ ਕਾਲਡ ਨੈਸ਼ਨਲਿਜ਼ਮ ਕਿੱਧਰੋਂ ਆ ਗਿਆ? ਮਤਲਬ ਇਹ ਕਿੱਥੋਂ? ਇਹਦਾ ਮਤਲਬ ਇਹ ਹੈ ਕਿ ਤੁਸੀਂ ਸਾਰੇ ਲੋਕ ਜਿਹੜਾ ਇੱਕ ਵਰਤਾਂਤ ਖੜਾ ਕਰ ਰਹੇ ਨੇ ਕਿ ਕਿਹਨੇ ਕੀ ਕੀਤਾ, ਉਹਦੇ ਤੋਂ ਅੱਗੇ ਜਾ ਕੇ ਤੁਸੀਂ ਉਹਨਾਂ ਤੋਂ ਉਲਟ ਦਿਸ਼ਾ ਦੇ ਵਿੱਚ ਤੈਰ ਕੇ ਕੋਸ਼ਿਸ਼ ਕਰ ਰਹੇ। ਇਹਦਾ ਕਾਰਨ ਇਹਨਾਂ ਦੇ ਪਰਿਵਾਰ ਤੇ ਜਿਹੜੇ ਪਏ ਹੋਏ ਕੇਸ ਨੇ, ਜਾਂ ਇਹਨਾਂ ਦੇ ਨਾ ਬੋਲਦੇ ਘਪਲੇ ਨੇ? ਨਹੀਂ, ਇਹਦਾ ਰੀਜ਼ਨ ਜੋ ਮਰਜ਼ੀ ਹੋਏ, ਜਾਂ ਜੋ ਵੀ ਹੈ, ਇਹ ਜਵਾਬ ਕੀ ਕੇਂਦਰ ਵੱਲੋਂ ਇਸੇ ਕਰਕੇ ਬਾਹ ਮਰੋੜੀ ਜਾ ਰਹੀ ਹੈ। ਤੇ ਹੋਇਆ ਤਾਂ ਜਿਹੜਾ ਇਹ ਪਾਰਟੀ ਦਾ ਐਲਾਨ ਕਰ ਰਹੇ ਨੇ, ਸਹਿਜ ਭਾਵ ਕਿਤੇ ਨਾ ਕਿਤੇ ਸ਼ਾਇਦ ਤਾਂ ਬੀਜੇਪੀ ਦੀ ਵੀ ਹੈ ਨਾ ਉਹਨਾਂ ਨੂੰ। ਇਹ ਤਾਂ ਨਹੀਂ, ਉਹ ਜੋ ਮਰਜ਼ੀ ਕਾਰਨ ਰਹੇ ਹੋਣ, ਕਾਰਨ ਦਾ ਤਾਂ ਅਮਰਿੰਦਰ ਸਿੰਘ ਨੂੰ ਵਧੀਆ ਪਤਾ, ਜ਼ਿਆਦਾ ਪਤਾ ਹੋਣਾ ਚਾਹੀਦਾ, ਪਰ ਇਹ ਪੰਜਾਬ ਦੇ ਲੋਕਾਂ ਦੇ ਸਵਾਲ ਜ਼ਰੂਰ ਨੇ। ਇਹਨਾਂ ਦਾ ਜਵਾਬ ਉਹ ਕਿਹੜੇ ਢੰਗ ਨਾਲ ਦੇਣਗੇ, ਕਿਉਂ ਇਹ ਪੂਰਾ ਵਿਚਾਰਕ ਪਾਸਾ ਪਲਟਿਆ, ਜਿਹੜਾ ਪਾਸਾ ਪਲਟਣ ਦਾ ਸਵਾਲ ਸੀ, ਇਹਦੇ ਲਈ ਜਵਾਬ ਉਹਨਾਂ ਨੂੰ ਦੇਣਾ ਚਾਹੀਦਾ। ਉਹਨਾਂ ਤੇ ਕਿਸੇ ਦਾ ਪ੍ਰੈਸ਼ਰ ਹੈ ਕੇਸ ਦਾ, ਉਹ ਕੀ ਕਾਰਨ ਹੈ, ਜਾਂ ਵੈਸੇ ਹੀ ਕੋਈ ਹਿਰਦੇ ਪਰਿਵਰਤਨ ਹੋ ਗਿਆ, ਉਹ ਕੀ ਕਾਰਨ ਹੈ, ਜਾਂ ਰੀਜਨ ਕੀ ਨੇ? ਮਤਲਬ ਇਹਦੇ ਕਾਰਨ ਤਾਂ
ਕੋਈ ਵੀ ਬੰਦਾ ਸਵਾਲ ਕਰਦਾ ਹੈ, ਜਵਾਬ ਦੇਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਨਹੀਂ ਇਹੋ ਜਿਹਾ ਕੋਈ ਗੱਲ ਨਹੀਂ, ਮੈਂ ਕਿਉਂ ਮਤ ਲਿਆ, ਮੈਂ ਕਿਉਂ ਇਸ ਪਾਸੇ ਵੱਲ ਆਇਆ, ਕਿਉਂ ਹੁਣ ਬੀਜੇਪੀ ਤੁਹਾਨੂੰ ਫਿਰਕੂ ਪਾਰਟੀ ਨਹੀਂ ਲੱਗਦੀ ਜੋ ਪਹਿਲਾਂ ਲੱਗਦੀ ਸੀ ਮਤਲਬ ਵੀ ਉਹ ਫਿਰਕਾ ਪ੍ਰਸਤੀ ਉਸ ਲੈਵਲ ਤੇ ਨਹੀਂ ਕਰਦੀ। ਉਹ ਸਾਰੀਆਂ ਗੱਲਾਂ ਤੁਹਾਨੂੰ ਠੀਕ ਕਿਵੇਂ ਲੱਗਣ ਲੱਗ ਗਈਆਂ ਜਦੋਂ ਤੁਸੀਂ ਅਕਾਲੀਆਂ ਦੇ ਖਿਲਾਫ ਬੋਲਦੇ ਸੀ ਪਹਿਲਾਂ, ਜਦੋਂ ਅਕਾਲੀ ਬੀਜੇਪੀ ਨਾਲ ਸੀ ਦੋਨਾਂ ਦੇ ਖਿਲਾਫ ਬੋਲਦੇ ਸੀ, ਉਦੋਂ ਹੋਰ ਤਰ੍ਹਾਂ ਦੀ ਲਾਈਨ ਸੀ ਤੇ ਹੁਣ ਤੁਹਾਡੀ ਹੋਰ ਤਰ੍ਹਾਂ ਦੀ ਲਾਈਨ ਹੈ। ਇਹ ਕਿਉਂ ਆ ਗਈ, ਇਹ ਸਵਾਲ ਖੜਾ ਹੈ ਪੰਜਾਬ ਦੇ ਵਿੱਚ ਤੇ ਉਹਦਾ ਜਵਾਬ ਦੇਣਾ ਚਾਹੀਦਾ। ਅੱਛਾ, ਲਗਾਤਾਰ ਇਹਨਾਂ ਦੇ ਪਾਕਿਸਤਾਨ ਵਿਰੋਧੀ ਬਿਆਨ ਜਾਂ ਜਿਸ ਤਰ੍ਹਾਂ ਪੰਜਾਬ 'ਚ BSF ਨੂੰ ਸਹੀ ਕਰਾਰ ਦੇਣਾ, 50 ਕਿਲੋਮੀਟਰ ਤੱਕ ਅੰਦਰ ਵੜ ਦੇਣਾ ਨੂੰ ਬਾਰਡਰ ਸਿਕਿਉਰਿਟੀ ਫੋਰਸ ਨੂੰ, ਹਨਾ, ਤੇ ਫਿਰ ਜਿਹੜਾ ਕਰਤਾਰਪੁਰ ਦੇ ਲਾਂਘੇ ਵਾਲਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਉਹਦਾ ਵੀ ਲਗਾਤਾਰ ਕੈਪਟਨ ਸੁਰੱਖਿਆ ਦੇ ਪੱਖੋਂ ਪੰਜਾਬ ਲਈ ਇਹਨੂੰ ਗਲਤ ਗਰਦਾਨ ਦੇ ਰਹੇ ਨੇ। ਤੇ ਇਹੋ ਜਿਹੇ ਸਾਰੇ ਕੁਛ ਪੰਜਾਬ ਵਿਰੋਧੀ ਬਿਆਨਬਾਜ਼ੀਆਂ ਕਰਕੇ ਅਤੇ ਕਿਸਾਨ ਅੰਦੋਲਨ ਜਿਸ ਦੇ ਵਿੱਚ ਪੰਜਾਬ ਲੀਡ ਕਰ ਰਿਹਾ ਹੈ, ਪੰਜਾਬ ਤੇ ਹਰਿਆਣਾ ਲੀਡ ਕਰ ਰਹੇ ਨੇ, ਅਗਵਾਈ ਕਰ ਰਹੇ ਨੇ, ਇੱਥੋਂ ਹੀ ਇਹ ਅੰਦੋਲਨ ਤੁਰਿਆ। ਤੇ ਅਮਰਿੰਦਰ ਸਿੰਘ ਕਿਹੜਾ ਮੂੰਹ ਲੈ ਕੇ ਲੋਕਾਂ ਕੋਲੋਂ ਵੋਟ ਮੰਗਣ ਜਾਣਗੇ ਜਾਂ ਉਹਨਾਂ ਦੀ ਭਵਿੱਖ ਦੀ ਰਣਨੀਤੀ ਕੀ ਹੋਏਗੀ? ਤੇ ਜਾਂ ਜਿਵੇਂ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦੇ ਨਾਲ ਕੋਈ ਲੀਡਰ ਨਹੀਂ ਸੀ ਕਾਂਗਰਸ ਦਾ, ਜਾਂ ਉਹ ਦਾਅਵਾ ਤਾਂ ਬਹੁਤ ਵੱਡੇ ਕਰ ਰਹੇ ਨੇ ਕਿ ਉਹਨਾਂ ਨਾਲ ਇੰਨੇ ਲੀਡਰ ਸੰਪਰਕ 'ਚ ਨੇ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨਾਲ ਕਿਹੜੇ ਲੀਡਰ ਜਾ ਸਕਦੇ ਨੇ? ਕੀ ਉਹਨਾਂ ਦੀ ਰਣਨੀਤੀ ਹੋਏਗੀ ਭਵਿੱਖ 'ਚ ਤੇ ਕਿਹੜੇ ਮੂੰਹ ਨਾਲ ਉਹ ਪੰਜਾਬੀਆਂ ਤੋਂ ਵੋਟ ਮੰਗਣਗੇ? ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਦਾ ਮੇਨ ਬੰਦਿਆਂ ਚੋਂ, ਜਿਹੜੇ ਕਾਂਗਰਸ ਦੇ ਮੰਤਰੀ ਜਾਂ MLA ਰਹੇ, ਉਹਨਾਂ ਚੋਂ ਅਮਰਿੰਦਰ ਸਿੰਘ ਨਾਲ ਕੋਈ ਜਾਵੇ ਜੀ। ਔਰ ਉਹਦਾ ਰੀਜਨ ਕਲੀਅਰ ਹੈ, ਸਾਰੇ ਆਪੋ ਆਪਣੀਆਂ ਮੇਨ ਪਾਰਟੀਆਂ ਨਾਲ ਰਹਿੰਦੇ ਨੇ, ਜੇ ਅੱਜ ਨਹੀਂ ਮਿਲਿਆ ਕੱਲ੍ਹ ਨੂੰ ਉਹਨਾਂ ਤੇ ਵੀ ਕਈ ਕੇਸ ਹੋਣਗੇ, ਉਹਨਾਂ ਤੇ ਵੀ ਬੜੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਚੀਜ਼ਾਂ ਇਸ ਕਰਕੇ ਨਾਲ ਲਿਜਾਣ ਦੀ ਗੱਲ ਹੁੰਦੀ ਹੈ ਤਾਂ ਬੰਦੇ ਕਿਰਦੇ ਨੇ। ਵੈਸੇ ਤੁਹਾਡੇ ਨਾਲ ਹੁੰਦੇ ਨੇ ਪਰ ਉਹ ਬੰਦੇ ਨਹੀਂ ਉਸ ਲੈਵਲ ਤੇ ਆਉਂਦੇ। ਅਗਲੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਅਮਰਿੰਦਰ ਸਿੰਘ ਨੇ ਹੁਣ ਤਾਂ ਜਿਵੇਂ ਪਰਸਨਲ ਖੁੰਦਕ ਵੀ ਇੱਕ ਹੁੰਦੀ ਹੈ ਨਾ, ਵੀ ਆਪਾਂ ਖੁੰਦਕ ਚੋਂ ਲੌਸ ਕਰੀਏ ਜਾਂ ਇਸ ਲੈਵਲ ਦਾ, ਉਹ ਵੀ ਇੱਕ ਕਾਰਨ ਹੋ ਸਕਦਾ। ਪਰ ਇਹਦੇ ਤੋਂ ਵੀ ਜਿਹੜਾ ਵੱਡਾ ਕਾਰਨ ਜਿਹੜਾ ਓਵਰਆਲ ਉਹਨੂੰ ਲੱਗ ਰਿਹਾ ਅਮਰਿੰਦਰ ਸਿੰਘ ਨੂੰ ਪਿਛਲੇ ਸਮੇਂ ਤੋਂ ਵੀ, ਉਹਨੂੰ ਇਹ ਹੈ ਕਿ ਜੇ ਵੋਟਾਂ ਦੀ ਪੋਲਰਾਈਜੇਸ਼ਨ ਹੁੰਦੀ ਹੈ, ਖੇਮੇਬੰਦੀ ਹੁੰਦੀ ਹੈ, ਪੰਜਾਬ ਦਾ ਜਿਹੜਾ ਡੈਮੋਗ੍ਰਾਫਿਕ ਪ੍ਰੋਫਾਈਲ ਹੈ ਆਬਾਦੀ ਦਾ, ਉਹਦੇ 'ਚ ਲਗਭਗ ਬਹੁਤ ਵੱਡਾ ਗੈਪ ਨਹੀਂ ਹੈ, ਮਤਲਬ ਜਿਹੜਾ ਹਿੰਦੂ ਵੋਟ ਔਰ ਸਿੱਖ ਵੋਟ ਦੇ ਦਰਮਿਆਨ ਜਿਹੜਾ, ਤਾਂ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਜਿਹੜੀਆਂ ਗੱਲਾਂ ਕਰ ਰਿਹਾ ਹੈ, ਜਿਹੜੀਆਂ ਇੱਕ ਹਿੰਦੂ ਸੈਂਟੀਮੈਂਟ ਨੂੰ ਮਤਲਬ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਨੇ ਤਾਂ ਕਿ ਉਹ ਕੰਸੋਲੀਡੇਟ ਹੋਵੇ। ਸ਼ਾਇਦ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਦੋਸਤ ਸਾਰਿਆਂ ਦੇ ਨਾਂ, ਅਕਾਲੀ ਬੀਜੇਪੀ ਨੇ ਵੀ ਕੀ ਕੀਤਾ ਸੀ, ਅਕਾਲੀ ਬੀਜੇਪੀ ਸੱਤਾ ਦੇ ਵਿੱਚ ਆਉਣ ਲਈ ਉਹ ਕਹਿੰਦੇ ਪੋਲੀਟੀਕਲ ਅਲਾਇੰਸ ਨਹੀਂ, ਇਹ ਭਾਈਚਾਰਿਆਂ ਦਾ ਅਲਾਇੰਸ ਹੈ। ਇਹਦਾ ਮਤਲਬ ਕੀ ਸੀ ਕਿ ਬੀਜੇਪੀ ਹਿੰਦੂਆਂ ਦੀ ਪ੍ਰਤੀਨਿਧ ਹੈ, ਅਕਾਲੀ ਦਲ ਸਿੱਖਾਂ ਦਾ ਪ੍ਰਤੀਨਿਧ ਹੈ। ਉਹ ਭਾਈਚਾਰਕ ਅਲਾਇੰਸ ਦੇ ਨਾਂ ਤੇ ਪੋਲੀਟੀਕਲ ਗੋਲ ਨੂੰ ਆਪਣੇ ਨੂੰ ਸਾਹਮਣੇ ਰੱਖ ਕੇ ਸੱਤਾ ਚਾਹੁੰਦੇ ਰਹੇ। ਉਹ ਇੱਕ ਦਰਾੜ ਜਿਹੜੀ ਬੜੇ ਲੰਮੇ ਸਮੇਂ ਤੋਂ ਹੈ ਪੰਜਾਬ ਦੇ ਵਿੱਚ। ਹਾਲਾਂਕਿ ਓਡਾ ਵੱਡਾ ਕੋਈ ਨਾ ਹਿੰਦੂ ਸਿੱਖ ਦੰਗਿਆਂ ਦਾ ਸਵਾਲ ਨਾ ਬਾਕੀ ਹੁੰਦੇ ਨੇ ਜਿਵੇਂ ਆਮ ਯੂਪੀ 'ਚ ਮੁਸਲਮ ਤੇ ਉਹ ਹੋ ਜਾਂਦੇ ਨੇ, ਇਹੋ ਜਿਹਾ ਕੁਛ ਨਹੀਂ ਹੁੰਦਾ। ਪਰ ਜਿਹੜਾ ਜਜ਼ਬਾਤਾਂ ਦਾ ਜਾਂ ਸੋਚ ਦਾ ਜਾਂ ਨਜ਼ਰੀਏ ਦਾ ਇੱਕ ਅੰਤਰ, ਇੱਕ ਵੱਡੇ ਪੱਧਰ ਤੇ ਜਨਤਕ, ਉਹ ਤਾਂ ਕੁਝ ਲੋਕ ਦੂਜੇ ਪਾਸੇ ਵੀ ਹੋ ਸਕਦੇ ਨੇ, ਹਰੇਕ ਕਮਿਊਨਿਟੀ 'ਚੋਂ ਕੋਈ ਕਿਧਰੇ, ਪਰ ਇੱਕ ਜਨਰਲ ਟ੍ਰੈਂਡ ਹੈ। ਜਨਰਲ ਟ੍ਰੈਂਡ ਨੂੰ ਜਿਵੇਂ ਕਾਂਗਰਸ ਨੇ ਪਹਿਲਾਂ ਵਰਤਿਆ, ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸ਼ਾਂਤਮਈ ਮੂਵਮੈਂਟ ਨੂੰ ਖਾੜਕੂ ਮੂਵਮੈਂਟ ਵੱਲ ਭੇਜਣ ਤੇ ਉਹਦੀ ਸਪੋਰਟ ਕਰਨ ਤੇ ਉਸ ਲੈਵਲ ਤੇ ਇੱਕ ਵਰਤਿਆ ਫੁੱਟ ਪਾਉਣ ਦੇ ਲਈ, ਤੇ ਜਦੋਂ ਉਹਨੂੰ ਵਰਤ ਕੇ ਇੱਕ ਬਹੁਤ ਮਿਨੋਰਟੀ ਨੂੰ ਤੇ ਡੰਡਾ ਚਲਾ ਕੇ ਤੇ ਰਾਜੀਵ ਗਾਂਧੀ ਉਨੀਆਂ ਸੀਟਾਂ ਲੈ ਜਾਂਦਾ ਜਦੋਂ ਜਿੰਨੀਆਂ ਉਹਦੀਆਂ ਨਾਨਾ ਵੀ ਉਹਦਾ ਕਦੇ ਨਹੀਂ ਲੱਗਿਆ, ਜਿਹੜਾ ਸਭ ਤੋਂ ਪਾਪੂਲਰ ਲੀਡਰ ਗਿਣਿਆ ਜਾਂਦਾ ਸੀ ਦੇਸ਼ ਦਾ ਆਜ਼ਾਦੀ ਤੋਂ ਬਾਅਦ, ਤੇ ਜਿਹਨੂੰ ਜਿਵੇਂ ਗੋਧਰਾ ਜਾਂ ਬਾਕੀ ਨੂੰ ਵਰਤ ਕੇ ਬੀਜੇਪੀ ਇਹਨਾਂ ਚੀਜ਼ਾਂ ਨੂੰ ਵਰਤ ਕੇ ਲਿਜਾਂਦੀ ਹੈ, ਉਹੀ ਮੇਰੇ ਖਿਆਲ ਹੈ ਪੰਜਾਬ ਨਾਲ ਇੱਕ ਚਾਲ ਖੇਡੀ ਜਾ ਰਹੀ ਲੱਗਦੀ ਹੈ ਦੁਬਾਰਾ, ਕਿ ਤੁਸੀਂ ਇਸ ਤਰੀਕੇ ਨਾਲ ਕਰੋ ਕਿ ਉਹ ਕੰਸੋਲੀਡੇਟ ਕਰੋ। ਕੁਝ ਸ਼ਾਇਦ ਸਿੱਖ ਚਿਹਰੇ ਦੇ ਤੌਰ ਤੇ ਅਮਰਿੰਦਰ ਸਿੰਘ ਲੈ ਜੇ ਵੋਟਾਂ, ਕੁਝ ਐਸਸੀ ਚਿਹਰੇ ਦੇ ਤੌਰ ਤੇ ਨਾਲ ਉਹ ਹੋਰ, ਜਦੋਂ ਬੀਜੇਪੀ ਉਭਾਰਦਾ ਹੀ ਸੀ ਨਾ ਕਿ ਅਸੀਂ ਐਸਸੀ ਬਣਾਵਾਂਗੇ ਚੀਫ ਮਿਨਿਸਟਰ ਜਿਹੜਾ ਉਸ ਪੱਧਰ ਦੇ ਉੱਤੇ, ਉਹਨਾਂ 'ਚੋਂ ਥੋੜ੍ਹੀਆਂ ਕਰਕੇ ਤੇ ਮੇਨਲੀ ਹਿੰਦੂ ਵੋਟ ਨੂੰ ਕੰਸੋਲੀਡੇਟ ਕਰਕੇ ਕੀਤਾ ਜਾਏ। ਜੇ ਤੁਹਾਡੇ ਯਾਦ ਹੋਵੇ 17 ਦੀ ਇਲੈਕਸ਼ਨ ਦੇ ਵਿੱਚ ਵੀ ਲੋਕ ਤਾਂ ਇਹ ਕਹਿੰਦੇ ਨੇ ਕਿ ਅਕਾਲੀ ਦਲ ਤੇ ਕਾਂਗਰਸ ਨੇ ਮਿਲ ਕੇ ਪੱਤਾ ਖੇਡਿਆ ਆਪ ਦੇ ਖਿਲਾਫ ਸਾਰੇ, ਤੇ ਜਿਹੜੀਆਂ ਦੋ ਤਿੰਨ ਚੀਜ਼ਾਂ ਹੋਈਆਂ, ਜਿਹੜਾ ਮੌੜ ਬੰਬ ਬਲਾਸਟ ਹੋਇਆ ਉਹਦੀ ਅਜੇ ਤੱਕ ਕਿਉਂ ਨਹੀਂ ਖੁਰਾ ਖੋਜ ਕੋਈ ਲੱਭਿਆ ਕਿ ਕੌਣ ਉਹਦੇ ਪਿੱਛੇ ਸੀ, ਉਹ ਵੀ ਇੱਕ ਧਿਰ ਨੂੰ ਡਰਾਉਣ ਦਾ ਸਵਾਲ ਸੀ। ਮੌੜ ਬੰਬ ਬਲਾਸਟ ਤੇ ਆ ਰਹੇ ਡਰੋਨ ਇੱਕੋ ਲੜੀ ਦੇ ਹਿੱਸੇ ਲੱਗਦੇ ਨੇ, ਮਤਲਬ ਇੱਕ ਵੋਟਿੰਗ ਸੈਂਟੀਮੈਂਟ ਦੀ ਗੱਲ ਲੱਗਦੀ ਹੈ। ਤੇ ਪੋਲੀਟੀਸ਼ੀਅਨ ਸਾਡਾ ਐਡਾ ਜ਼ਿਆਦਾ
ਕਦਰਾਂ ਵਿਹੂਣਾ ਹੋ ਗਿਆ ਕਿ ਉਹ ਹੁਣ ਵੋਟ ਤੋਂ ਬਿਨਾਂ ਉਹਨੂੰ ਕੁਝ ਨਜ਼ਰ ਨਹੀਂ ਆਉਂਦਾ। ਸਮਾਜ ਟੁੱਟਦਾ ਹੈ, ਸਮਾਜ 'ਚ ਵੰਡਾਂ ਪੈਂਦੀਆਂ ਨੇ, ਸਮਾਜ ਦੇ ਆਪਸ 'ਚ ਵਰਗੀਕਰਨ ਹੁੰਦਾ ਹੈ, ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ। ਔਰ ਇਹ ਸਟ੍ਰੈਟਜੀ ਲੱਗਦੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਪ੍ਰਸੰਗਿਕਤਾ ਬਣਾਉਣ ਦੇ ਵਾਸਤੇ ਕਿ ਚਲੋ ਇੰਨਾ ਤਾਂ ਮੇਰੇ ਨਾਲ ਹੋਣਗੇ ਹੀ। ਹੋਰ ਜਦੋਂ ਤੁਹਾਡੀ ਵਿਕਾਸ ਨਾ ਹੋਵੇ, ਜਦੋਂ ਪਰਫਾਰਮੈਂਸ ਨਾ ਹੋਵੇ, ਕਾਰਗੁਜ਼ਾਰੀ ਨਾ ਹੋਵੇ, ਤਾਂ ਧਰਮ, ਜਾਤ ਅਤੇ ਹੋਰ ਕਿਸੇ ਵੀ ਕਿਸਮ ਦਾ ਜਿਹੜਾ ਸੈਂਟੀਮੈਂਟ ਹੁੰਦਾ, ਜਜ਼ਬਾਤ ਹੁੰਦਾ, ਉਹਨੂੰ ਤੁਸੀਂ ਉਭਾਰਦੇ ਹੋ। ਮੈਨੂੰ ਅਮਰਿੰਦਰ ਸਿੰਘ ਦੀ ਉਹ ਰਣਨੀਤੀ ਦਾ ਹਿੱਸਾ ਲੱਗਦਾ ਇਹ ਗੱਲ ਵੱਡੇ ਪੱਧਰ ਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ। ਹਾਂ, ਚੱਲਦੇ ਫਿਰ ਇਹਦੇ ਵਿੱਚ ਇਹ ਸਵਾਲ ਹੈ ਕਿ ਇੱਕ ਵੱਡਾ ਸਵਾਲ ਹੈ ਕਿ ਹੁਣ ਜਿਸ ਤਰ੍ਹਾਂ ਜਿਹੋ ਜਿਹੇ ਮਹਾਨ ਤੇ ਆ ਕੇ ਕੈਪਟਨ ਅਮਰਿੰਦਰ ਸਿੰਘ ਖੜੇ ਹੋ ਗਏ ਨੇ, ਜਾਂ ਜਿਵੇਂ ਕਿ ਅਸੀਂ ਇਹ ਮੰਨੀਏ ਕਿ ਉਹ ਵਰਤੇ ਜਾ ਰਹੇ ਨੇ ਬੀਜੇਪੀ ਵੱਲੋਂ, ਉਹੀ ਛੋਟੀਆਂ ਪਾਰਟੀਆਂ, ਮਤਲਬ ਪਾਰਟੀਆਂ ਜਿਸ ਤਰ੍ਹਾਂ ਕੱਲ ਪਰਸੋਂ ਹੀ ਮਲਕੀਤ ਸਿੰਘ ਬੀਰਮੀ, ਭਾਵੇਂ ਉਹਨਾਂ ਨੂੰ ਅਮਰਿੰਦਰ ਸਿੰਘ ਹੋਰਾਂ ਨਾਲ ਨਹੀਂ ਮਿਲਾਇਆ ਜਾ ਸਕਦਾ, ਇੱਕ ਪਾਰਟੀ ਬਣਾਈ ਹੈ। ਤੇ ਹੈ ਤਾਂ ਇਹ ਸਾਰੀ ਸਿਆਸਤ ਛੋਟੀਆਂ ਪਾਰਟੀਆਂ ਖੜੀਆਂ ਕਰਕੇ ਦੋ ਮੁੱਖ ਧਿਰਾਂ ਦੇ ਵਿਚਾਲੇ ਵੋਟਾਂ ਨੂੰ ਤੋੜਨ ਦਾ ਹੀ ਮਸਲਾ ਆ, ਹੈ ਨਾ। ਤੇ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਭੂਮਿਕਾ ਨਿਭਾ ਰਹੇ ਨੇ। ਤੇ ਕੀ ਉਹਨਾਂ ਦਾ, ਕੈਪਟਨ ਅਮਰਿੰਦਰ ਸਿੰਘ ਦਾ ਸੂਰਜ ਡੁੱਬ ਰਿਹਾ ਹੈ? ਅਤੇ ਨਾਲ ਹੀ ਕੀ ਪੰਜਾਬ ਦੇ ਮੁੱਦੇ, ਜਦੋਂ ਵੱਡੇ ਸਿਆਸਤਦਾਨ ਅਮਰਿੰਦਰ ਸਿੰਘ ਵਰਗੇ ਇੱਦਾਂ ਦੇ ਕਾਰਵਾਈਆਂ ਵਿੱਚ ਆ ਜਾਣ, ਇਹੋ ਜਿਹੀਆਂ ਕਾਰਵਾਈਆਂ ਕਰਨ ਲੱਗ ਪੈਣ ਕਿ ਸੂਬਾ, ਮੁੱਖ ਸੂਬਾ ਜਿਹਦੇ ਉਹ ਜੰਮਪਲ ਨੇ, ਉਹਨਾਂ ਦੇ ਵਡੇਰੇ ਪੁਰਖੇ ਇੱਥੇ ਰਹੇ ਨੇ, ਤੇ ਉਸ ਸੂਬੇ ਦੇ ਲੋਕਾਂ ਨਾਲ, ਉਸ ਧਰਤੀ ਨਾਲ ਇੱਕ ਤਰ੍ਹਾਂ ਦਾ ਇਹਨੂੰ ਦਗਾ ਹੀ ਆਖੀਏ, ਧਰੋ ਕਮਾਉਣਾ ਹੀ ਕਹੀਏ, ਤੇ ਇੱਥੋਂ ਦੇ ਲੋਕਾਂ ਨੂੰ ਫਿਰ ਲੋਕਾਂ ਦਾ ਕੀ ਬਣੇਗਾ? ਉਹਨਾਂ ਦੀ ਹੋਣੀ ਕੀ ਹੋਵੇਗੀ ਪੰਜਾਬ ਦੀ? ਨਹੀਂ, ਉਹ ਸਾਰੀ ਸਿਆਸਤ ਹੈ। ਸਾਨੂੰ ਪਤਾ ਲੱਗਿਆ ਕਿ 1980 ਤੋਂ ਬਾਅਦ 1985 'ਚ ਪਤਾ ਲੱਗ ਗਿਆ ਸੀ ਜੌਲ ਕਮੇਟੀ ਦੀ ਰਿਪੋਰਟ 'ਚ ਕਿ ਪੰਜਾਬ ਦਾ ਬਹੁਤ ਖਤਰਨਾਕ ਟ੍ਰੈਂਡ ਲੀਹ ਤੇ ਚੜ ਗਿਆ, ਪੰਜਾਬ ਦਾ ਪਾਣੀ ਮੁੱਕਣ ਜਾ ਰਿਹਾ ਹੈ, ਮਿੱਟੀ ਜ਼ਹਿਰੀਲੀ ਹੋ ਗਈ, ਆਬੋ ਹਵਾ ਖਰਾਬ ਹੈ। ਤੇ ਜੌਲ ਕਮੇਟੀ ਦੀ ਉਦੋਂ ਦੀ ਰਿਪੋਰਟ ਇਹ ਕਹਿੰਦੀ ਹੈ ਕਿ 1 ਕਿਲੋ ਚੌਲ ਉਗਾਉਣ ਦਾ ਮਤਲਬ 5000 ਲੀਟਰ ਪਾਣੀ ਭੇਜ ਰਹੇ ਹਾਂ, ਤੇ ਇਸ ਲਈ ਪਾਣੀ ਪਹੁੰਚਾਉਣਾ ਬਹੁਤ ਜ਼ਰੂਰੀ ਹੈ। 85 ਤੋਂ ਲੈ ਕੇ ਅੱਜ ਤੱਕ ਜਿਹੜੇ ਲੋਕ ਵੀ ਸੱਤਾ 'ਚ ਰਹੇ, ਉਹਨਾਂ ਨੇ ਕੀ ਕੀਤਾ ਉਹਦੇ ਵਾਸਤੇ? ਕਿਉਂ ਨਹੀਂ ਖੜੇ? ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦਾ ਉਜਾੜਾ ਜਿਹੜਾ ਉਦੋਂ ਬਾਅਦ ਲਗਾਤਾਰ ਹੋ ਰਿਹਾ, 1.5 ਲੱਖ ਬੱਚਾ ਹਰ ਸਾਲ ਆਈਲੈਟਸ ਕਰਕੇ ਬਾਹਰ ਜਾ ਰਿਹਾ। ਸਾਡਾ ਬਹੁਤ ਧੰਨਵਾਦ ਜਾ ਰਿਹਾ ਫੀਸਾਂ ਦੇ ਰੂਪ ਨਾ ਕੇਵਲ ਧਨ, ਸਭ ਤੋਂ ਬੜੀ ਹਿਊਮਨ ਕੈਪੀਟਲ ਹੁੰਦੀ ਹੈ, ਮੈਨੂੰ ਇਹ ਲੱਗਦਾ ਉਹਦੇ 'ਚ ਜਿਹੜਾ ਹੁਨਰਮੰਦ ਲੋਕ ਹੁੰਦੇ ਨੇ, ਜਾਂ ਜਿਹੜੇ ਨੌਜਵਾਨੀ ਦੇ ਵਿੱਚੋਂ ਲੀਡਰ ਪੈਦਾ ਹੋਣੇ ਹੁੰਦੇ ਨੇ, ਜਿਹਦੇ 'ਚੋਂ ਵੱਡੇ ਬੰਦੇ ਪੈਦਾ ਹੋਣੇ ਚਾਹੀਦੇ ਨੇ, ਜੇ ਉਹ ਡਰੇਨ ਕਰਨ ਲੱਗ ਜਾਣ ਤਾਂ ਸੁੱਕ ਜਾਂਦਾ ਸਾਰਾ ਕੁਝ ਪਿੱਛੋਂ। ਔਰ ਉਹਦੇ ਪ੍ਰਤੀ ਅਜੇ ਸਾਡੀ ਮਤਲਬ ਸੋਚ ਪ੍ਰਣਾਲੀ ਬਣੀ ਹੈ, ਅਜੇ ਚਰਚਾ ਵੀ ਨਹੀਂ ਕਰਨ ਲੱਗੇ। ਬਾਕੀ ਤਾਂ ਬਾਅਦ ਦੀ ਗੱਲ ਹੈ ਕਿ ਉਹਦਾ ਹੱਲ ਹੋਣਾ ਜਾਂ ਨਾ ਹੋਣਾ, ਉਹ ਤੋਂ ਬਾਅਦ ਦੀ ਗੱਲ ਹੈ। ਇਹ ਸਾਰੀ ਇੱਕ ਟੋਟਲ ਪੋਲਿਟਿਕਸ, ਜਦੋਂ ਦੀ ਗੇਮ ਸ਼ਿਫਟ ਹੋਈ ਹੈ ਟੋਟਲ, ਜਦੋਂ ਦੀ ਇਲੈਕਸ਼ਨ ਕਾਰਪੋਰੇਟ ਐਂਗਲ ਤੋਂ ਲੜੀ ਜਾਣ ਲੱਗੀ ਹੈ, ਜਦੋਂ ਲੋਕਾਂ ਨਾਲ ਸਰੋਕਾਰਾਂ ਦੀ ਸਿਆਸਤ ਵਪਾਰ ਦੇ ਵਿੱਚ ਬਦਲ ਗਈ, ਉਦੋਂ ਤਾਂ ਇਹ ਸਾਰੀ ਗੇਮ ਹੈ। ਉਹਦੇ 'ਚ ਇੱਕ ਅਮਰਿੰਦਰ, ਅੱਜ ਅਮਰਿੰਦਰ ਹੈ, ਪਿੱਛੇ ਬਾਦਲ ਸੀ, ਉਦੋਂ ਪਹਿਲਾਂ ਕੋਈ ਹੋਰ ਸੀ, ਅੱਗੇ ਕੋਈ ਹੋਰ ਹੋਏਗਾ। ਇਸੇ ਕਰਕੇ ਇਹ ਸਿਆਸਤ ਨੂੰ ਮੁੱਦਿਆਂ ਤੇ ਨਹੀਂ ਆਉਣ ਦਿੰਦੇ, ਇਸ ਸਿਆਸਤ ਨੂੰ ਵਿਚਾਰਧਾਰਾ ਤੇ ਨਹੀਂ ਆਉਣ ਦਿੰਦੇ। ਤੇ ਜੇ ਵਿਚਾਰਧਾਰਾ ਔਰ ਮੁੱਦਿਆਂ ਤੇ ਆਏਗੀ ਤਾਂ ਇਹਨਾਂ ਕੋਲ ਕਹਿਣ ਨੂੰ ਕਿਸੇ ਕੋਲ ਕੁਝ ਨਹੀਂ ਹੈ। ਜੇ ਉਹ ਕਹਿਣ ਨੂੰ ਕੁਝ ਨਹੀਂ ਹੈ ਤਾਂ ਲੋਕਾਂ ਕੋਲ ਜਾਵੋਗੇ ਕਿਵੇਂ? ਇਹ ਸਭ ਤੋਂ ਬੜਾ ਕੁਐਸਚਨ ਹੈ। ਤੇ ਇਸੇ ਲਈ ਪੰਜਾਬ ਦੇ ਵਿੱਚ ਹੁਣ ਇੱਕੋ ਇੱਕ ਉਮੀਦ ਇਹ ਸੀ ਕਿ ਜਿਹੜਾ ਕਿਸਾਨ ਅੰਦੋਲਨ ਦੇ ਰੂਪ 'ਚ ਸਾਡੇ ਸਾਹਮਣੇ ਹੈ, ਉਹ ਅੰਦੋਲਨ ਹੈ, ਕੁਝ ਮੁੱਦੇ ਖੜੇ ਕਰ ਰਿਹਾ ਹੈ। ਉਹ ਕਾਰਪੋਰੇਟ ਮਾਡਲ ਨੂੰ ਚੁਣੌਤੀ ਦੇ ਰਿਹਾ, ਉਹ ਫੈਡਰਲਿਜ਼ਮ ਦਾ ਮੁੱਦਾ ਖੜਾ ਕਰ ਰਿਹਾ, ਉਹ ਬੁਨਿਆਦੀ ਡੈਮੋਕ੍ਰੇਸੀ ਦਾ ਮੁੱਦਾ ਖੜਾ ਕਰ ਰਿਹਾ। ਉਹ ਹੁਣ ਹਾਰ ਦੀ ਬਜਾਏ ਸਵਾਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਹਾਰ ਪਾਓ ਗਲ 'ਚ ਜਾਂ ਸਵਾਲ ਪੁੱਛੋ ਕਿਸੇ ਤੋਂ। ਇਹ ਜਿਹੜੀ ਇੱਕ ਉਮੀਦ ਦੀ ਕਿਰਨ ਹੈ, ਇਹ ਰਲ ਮਿਲ ਕੇ ਮੈਨੂੰ ਲੱਗਦਾ ਉਹ ਉਮੀਦ ਦੀ ਕਿਰਨ ਨੂੰ ਵੀ ਹੋਰ ਕਦੇ ਗਾਹ 'ਚ, ਕਿਉਂਕਿ ਟੋਟਲ ਤੁਹਾਡਾ ਕਿੰਨੀ ਸਪੇਸ ਤੁਸੀਂ ਮੀਡੀਆ ਦੇ ਵਿੱਚ, ਕਿੰਨਾ ਟਾਈਮ ਤੁਸੀਂ ਮੀਡੀਆ ਦਾ ਆਪਣੇ ਤੇ ਖਪਾ ਲੈਂਦੇ ਹੋ, ਇਸੇ ਲਈ ਚਲਾਕ ਹੈ ਪੋਲੀਟੀਸ਼ੀਅਨ ਟੋਟਲ ਕਾਰਪੋਰੇਟ ਤੇ ਉਹ ਰਲ ਕੇ। ਤੇ ਤਾਂ ਕਿ ਫੋਕਸ ਉਹਨਾਂ ਮੁੱਦਿਆਂ ਤੇ ਨਾ ਰਹੇ ਜਿਹੜੇ ਉਹ ਉਠਾ ਰਹੇ ਨੇ, ਫੋਕਸ ਇਹਨਾਂ ਤੇ ਹੋ ਜੇ। ਅਸਲ 'ਚ ਅੱਜ ਦਾ ਸਭ ਤੋਂ ਬੇਸਿਕ ਮੇਰੇ ਖਿਆਲ ਜ਼ਰੂਰਤ ਜਿਹੜੀ ਹੈ, ਜ਼ਰੂਰਤ ਇਹ ਹੈ ਕਿ ਜਿਹੜੇ ਲੋਕਾਂ ਵੱਲੋਂ ਉਠਾਏ ਜਾ ਰਹੇ ਏਜੰਡੇ ਨੇ ਉਹ ਸੈਂਟਰ ਸਟੇਜ 'ਚ ਰਹਿਣ, ਉਹਦੇ ਤੇ ਹੀ ਸਵਾਲ ਪੁੱਛੇ ਜਾਣ, ਉਹਨਾਂ ਤੇ ਹੀ ਟਾਈਮ ਦਿੱਤਾ ਜਾਏ, ਉਹਨਾਂ ਤੇ ਹੀ ਸਪੇਸ ਦਿੱਤੀ ਜਾਏ। ਜਿੰਨੀ ਮੈਕਸਿਮਮ ਹੋਏਗੀ ਉਨਾ ਹੀ ਇਹ ਪੋਲੀਟੀਸ਼ੀਅਨਾਂ ਦੀ ਜਿਹੜੀ ਚਾਹੇ ਸਾਜ਼ਿਸ਼ ਹੋਵੇ, ਚਾਹੇ ਮਜਬੂਰੀ ਹੋਵੇ, ਚਾਹੇ ਜੋ ਮਰਜ਼ੀ ਹੋਵੇ, ਉਹਨੂੰ ਕਾਊਂਟਰ ਹੀ ਤਾਂ ਕੀਤਾ ਜਾ ਸਕਦਾ, ਮਤਲਬ ਨਹੀਂ ਤਾਂ ਨਹੀਂ ਕੀਤਾ ਜਾ ਸਕਦਾ। ਹੁਣ ਕਿਸਾਨਾਂ ਦੇ ਮਤਲਬ 11 ਮਹੀਨੇ ਕੱਲ੍ਹ ਹੋ ਚੁੱਕੇ ਨੇ, ਸਾਡੇ 1 ਸਾਲ ਤੋਂ ਵੱਧ ਹੋ ਗਿਆ, 750 ਬੰਦੇ ਦੀ ਜਾਨ ਚਲੀ ਗਈ ਹੈ। ਐਡਾ ਵੱਡਾ ਅੰਦੋਲਨ ਹੈ, ਤਮਾਮ ਲੋਕਾਂ ਨੇ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਈਆਂ ਨੇ ਕੀਤੀ ਹੈ, ਉਹ ਨਹੀਂ ਸਫਲ ਹੋ ਰਹੀ। ਹੁਣ ਕਿਸਾਨੀ ਦਾ ਸ਼ੇਰਾ ਵੀ ਅਮਰਿੰਦਰ ਸਿੰਘ ਲੈਣ ਨੂੰ ਫਿਰਦਾ ਵੀ ਉਹ
ਉਹ ਗੱਲ ਤਾਂ ਘੱਟੋ ਘੱਟ ਉਹਦੇ ਦਬਾਅ 'ਚ ਹੀ ਹੋਏਗੀ ਨਾ। ਅੰਦੋਲਨ ਤੋਂ ਬਿਨਾਂ ਕੌਣ ਕਿਸੇ ਨੂੰ ਪੁੱਛਦਾ। ਸਿਹਰਾ ਤੁਸੀਂ ਇੱਕ ਬਹੁਤ ਛੋਟੀ ਕੋਸ਼ਿਸ਼ ਨੂੰ ਦਿਓਗੇ ਜੇਕਰ, ਇਹ ਵਰਤਾਂਤ ਵੀ ਤੋੜਨਾ ਚਾਹੀਦਾ ਕਿ ਅਮਰਿੰਦਰ ਨੂੰ ਸਿਹਰਾ ਮਿਲ ਜਾਏਗਾ ਜੀ ਫਲਾਣੇ ਨੂੰ। ਸਿਹਰਾ ਤਾਂ ਲੜਨ ਵਾਲੇ ਬੰਦਿਆਂ ਨੂੰ ਮਿਲਣਾ, ਜਿਹੜੇ ਇੱਥੇ ਲੋਕ ਗਏ ਸੀ ਕਈ ਸਿਹਰਾ ਲੈਣ ਲਈ ਉੱਥੇ ਸੰਭੂ ਕੁਛ ਦਿਨ ਰਹਿ ਕੇ ਆ ਗਏ ਤੇ ਇੱਧਰ ਉੱਧਰ ਸਭ ਸਿਹਰੇ ਸੁਰੇ ਟੁੱਟਦੇ ਰਹੇ ਲੋਕਾਂ ਦੇ। ਇਸ ਲਈ ਇਹ ਭਰਮ ਟੁੱਟਣਾ ਔਰ ਇਹਨੂੰ ਲੋਕਾਂ ਦੇ ਵਰਤਾਂਤ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਕਈ ਵਾਰ ਸਾਡੇ ਇਲੂਜਨ ਵੀ ਜਿਹੜਾ ਹੈ ਉਹ ਸੱਚਾਈ ਲੱਗਣ ਲੱਗ ਜਾਂਦੀ ਹੈ ਜੇਕਰ ਦੂਜੀ ਧਿਰ ਨਾ ਬੋਲੇ, ਜੇ ਉਹ ਪੂਰਾ ਟਾਈਮ ਨਾ ਦੇ, ਜੋ ਪੂਰੀ ਗੱਲ ਨਾ ਕਰੇ। ਇਸ ਸਮੇਂ ਇਹ ਬਹੁਤ ਤਿਲਕਵਾਂ ਮਾਮਲਾ ਹੈ। ਮੈਨੂੰ ਲੱਗਦਾ ਇਹਦੇ ਤੇ ਫੋਕਸ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਕਰਨ ਦਾ ਕੁਐਸਚਨ ਹੈ। ਸੋ ਫੋਕਸ ਪੰਜਾਬ ਦੇ ਮੁੱਦਿਆਂ ਤੇ ਕਰਨ ਦੀ ਲੋੜ ਹੈ ਜ਼ੋਰ ਸ਼ੋਰ ਨਾਲ। ਤੇ ਕੈਪਟਨ ਅਮਰਿੰਦਰ ਸਿੰਘ ਆਪਣਾ ਜਿਹੋ ਜਿਹਾ ਕੁਝ ਵੀ ਕਰ ਰਹੇ ਨੇ ਉਹ ਉਸੇ ਸਿਆਸਤ ਦਾ ਹਿੱਸਾ ਨੇ ਜਿਹੜੀ ਲੋਕ ਘੋਲਾਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਤੇ ਅੱਜ ਦੀ ਪ੍ਰੈਸ ਕਾਨਫਰੰਸ ਅਮਰਿੰਦਰ ਸਿੰਘ ਹੋਰਾਂ ਦੀ ਜਾਂ ਨਵੀਂ ਪਾਰਟੀ ਬਣਾ ਲੈਣੀ, ਉਹ ਵੀ ਇੱਕ ਇਹੋ ਜਿਹਾ ਹੀ ਵਰਤਾਂਤ ਹੋਏਗਾ। ਤੇ ਸੁਭਾਵਿਕ ਹੈ ਕਿ ਕਿਉਂਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੇ ਮੁੱਦੇ ਛੇੜੇ ਹਨ ਤੇ ਨਾਲ ਹੀ ਕਿਸਾਨ ਅੰਦੋਲਨ ਦਾ ਇਹ ਵੀ ਸੁਨੇਹਾ ਹੈ ਕਿ ਸਾਰੇ ਆਪਣੀ ਆਪਣੀ ਥਾਵੇਂ ਖਲੋ ਕੇ ਆਪਣੀ ਆਪਣੀ ਲੜਾਈ ਜ਼ਰੂਰ ਲੜਨ। ਤਾਂ ਇਹ ਜਿਹੜੀ ਮੁੱਦਿਆਂ ਦੀ ਲੜਾਈ ਸ਼ੁਰੂ ਹੋਈ ਹੈ ਤੇ ਪਿੰਡਾਂ ਵਿੱਚ ਛੋਟੇ ਸ਼ਹਿਰਾਂ ਵਿੱਚ ਸਿਆਸਤਦਾਨਾਂ ਨੂੰ ਸਵਾਲ ਪੁੱਛਣ ਦੀ ਪਿਰਤ ਪਈ ਹੈ, ਤਾਂ ਸੁਭਾਵਿਕ ਹੈ ਕਿ ਜਿਵੇਂ ਕਿਸਾਨਾਂ ਨੇ ਬਾਕੀ ਜਿਹੜੇ ਢਾਹੂ ਨੈਰੇਟਿਵ ਸੀ ਉਹ ਤੋੜੇ, ਜਿੰਨੀਆਂ ਮਾੜੀਆਂ ਘਟਨਾਵਾਂ ਹੋਈਆਂ ਉਹਨਾਂ ਦਾ ਭਰਮ ਜਾਲ ਛੇਤੀ ਟੁੱਟਿਆ। ਤਾਂ ਮੇਰਾ ਖਿਆਲ ਹੈ ਜੇ ਅਮਰਿੰਦਰ ਸਿੰਘ ਹੋਰਾਂ ਦੀ ਇਸ ਤਰ੍ਹਾਂ ਦੀ ਇਹ ਸਾਜ਼ਿਸ਼ ਹੈ, ਸਾਜ਼ਿਸ਼ ਦਾ ਹਿੱਸਾ ਬਣ ਰਹੇ ਨੇ ਉਹ ਕਿ ਲੋਕਾਂ ਨੂੰ ਲੋਕ ਕੇ ਘੋਲ ਨਾਲੋਂ ਇਸ ਵੇਲੇ ਜਿਹੜਾ ਸਾਲ ਲਗਭਗ ਹੋ ਚੱਲਿਆ ਇਸ ਅੰਦੋਲਨ ਨੂੰ ਛੜਿਆ, ਬਾਰਡਰ ਤੇ ਬੈਠਿਆ ਸਾਲ ਹੋ ਜਾਏਗਾ ਅਗਲੇ ਮਹੀਨੇ, ਤਾਂ ਉਹ ਜਿਹੜਾ ਇੱਕ ਉਹਦਾ ਜਿਹੜਾ ਜਲਾਉ ਹੈ ਉਸ ਅੰਦੋਲਨ ਦਾ ਤੇ ਜਿਹੜਾ ਉਹਨੇ ਇੱਕ ਆਧਾਰ ਕਾਇਮ ਕੀਤਾ ਉਹਦਾ ਖੈਰ ਉਹ ਕਦੀ ਵੀ ਨਹੀਂ ਲੈ ਸਕਣਗੇ ਸਿਹਰਾ ਕੈਪਟਨ ਅਮਰਿੰਦਰ ਸਿੰਘ। ਸੁਭਾਵਿਕ ਹੈ ਕਿ ਲੜਨ ਵਾਲੇ ਲੋਕ ਹੀ ਉਹਦਾ ਸਿਹਰਾ ਲੈ ਸਕਣਗੇ, ਉਹਦਾ ਜਿਹੜਾ ਜਲਾਉ ਹੈ ਉਹਨਾਂ ਦੇ ਮੱਥਿਆਂ ਤੇ ਹੀ ਸੂਰਜ ਮਗੇਗਾ। ਸੋ ਇਹ ਇੱਕ ਵੱਡੀ ਗੱਲ ਹੈ ਕਿ ਕਿਸ ਤਰ੍ਹਾਂ ਸਿਆਸਤਦਾਨ ਕਿਵੇਂ ਕੀ ਕਰ ਰਹੇ ਨੇ। ਅਮਰਿੰਦਰ ਸਿੰਘ ਵਰਗੇ ਕੱਦਾਵਰ ਨੇਤਾਵਾਂ ਨੂੰ ਵੀ ਕੀ ਕਰਨਾ ਪੈ ਰਿਹਾ ਹੈ, ਸਿਆਸਤ ਦੀ ਇਹ ਇੱਕ ਟ੍ਰੈਂਡ ਹੈ। ਸੋ ਇਹ ਤੁਹਾਡੇ ਸਾਹਮਣੇ ਬਹੁਤ ਕੁਝ ਹਮੀਰ ਸਿੰਘ ਹੋਰਾਂ ਨੇ ਸਪਸ਼ਟ ਕੀਤਾ ਹੈ, ਬੜਾ ਕੁਝ ਸਪਸ਼ਟ ਤੌਰ ਤੇ ਦੱਸਿਆ ਕਿ ਕੀ ਸਿਆਸਤ ਕਿਹੜੇ ਰੂਪ ਲੈ ਰਹੀ ਹੈ, ਅਸਲ ਮੁੱਦੇ ਕੀ ਨੇ ਤੇ ਸਾਨੂੰ ਅਸਲ ਮੁੱਦਿਆਂ ਤੇ ਧਿਆਨ ਰੱਖਣਾ ਪੈਣਾ। ਤੇ ਤੁਸੀਂ ਹਮੀਰ ਸਿੰਘ ਜੀ ਸਾਡੇ ਸਟੂਡੀਓ ਆਏ, ਸਾਨੂੰ ਸਮਾਂ ਦਿੱਤਾ ਆਪਣਾ ਕੀਮਤੀ, ਬਹੁਤ ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ, ਸਾਡੇ ਨਾਲ ਜੁੜੇ ਰਹੋ, ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਅੱਗੇ ਵੀ ਸ਼ੇਅਰ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।